मित्र प्यारे हाल मुरीदा दा कहना। गुरु नानक पद पंकज बंदन पद पंकज सिमरो अंगद दुख निकन। गुर अमरदास हृदय नित त्यागो हृदय। श्री गुरु रामदास गुण गा। गुर अर्जन बिघ्नन के नासक बिघ्नन के नासक। हर गोबिंद शुभ सुमत परकाल। श्री हर राय नमो कर जोरी नमो। श्री हर कृष्ण मनाऊं बहो। गुर तेग बहादुर परम कृपाला जी परम कृपा। श्री गुरु गोबिंद सिंह बेसा। तारो तारा पर पुन पुन सीसा जी पुन पुन। बंदों बार बार जगदी। एक अंकार सतगुरु तेह प्रसाद सच होय। वाहेगुरु जी की फतेह है विघ्न विनाशन सो। वाहेगुरु जी की फतेह है विघ्न विनाशन सोए। सतनाम श्री वाहिगुरु साहिब जी। दोहरा कहीं मार हम ले लई गई बंदे करामात। अब लेवेंगे फड़ कुसै करें कुस घात। वाहिगुरु जी का खालसा वाहिगुरु जी की फतेह। परम सन्मानयोग साहिब गरीब नवाज जी की साजी और निवाजी हुई। गुरु स्वरूप गुरु खालसा साध संगत जीओ। आप सरबत संगतां प्रेमी जन। सतगुरु गरीब नवाज धन धन श्री गुरु ग्रंथ साहिब जी महाराज। हजूर दे पाक पवित्र चरना कमलों पास जुड़ के गुरबाणी दे अमृत रूप कीर्तन आप जी ने सरवण कीते ਹਨ। ਉਪਰੰਤ गुरु खालसे ਦਾ ਲੜੀਵਾਰ ਇਤਿਹਾਸ ਸਰਵਣ ਕਰਨ ਵਾਸਤੇ ਸਜ ਬੈਠੇ ਹੋ। ਬਾਬਾ ਬੰਦਾ ਸਿੰਘ ਬਹਾਦਰ ਤਿਨਾਂ ਨੂੰ ਮੁਗਲਾਂ ਨੇ 4 ਚਫੇਰੇ ਤੋਂ ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰ ਲਿਆ ਔਰ ਉਹਨਾਂ ਨੇ ਆਪਣੀ ਰਾਜਨੀਤੀ ਦੀ ਚਾਲ ਨੂੰ ਚੱਲ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀਆਂ ਗੱਲਾਂ ਵਿੱਚ ਭਰਮਾ ਲਿਆ ਕਿ ਬਾਦਸ਼ਾਹ ਨੇ ਤੈਨੂੰ ਪਹਾੜੀ ਇਲਾਕਾ ਜ਼ਗੀਰ ਦੇ ਵਿੱਚ ਲਿਖ ਦਿੱਤਾ ਹੈ। ਅਸੀਂ ਤੇਰੇ ਮੁਰੀਦ ਬਣਨਾ ਚਾਹੁੰਦੇ ਆ, ਚੇਲੇ ਬਣਨਾ ਚਾਹੁੰਦੇ ਆ। ਇਸ ਤਰ੍ਹਾਂ ਹੌਲੀ ਹੌਲੀ ਤੁਰਕਾਂ ਨੇ ਬੰਦੇ ਬਹਾਦਰ ਨੂੰ ਆਪਣੀਆਂ ਗੱਲਾਂ ਵਿੱਚ ਲੈ ਕੇ ਗੜੀ ਦੇ ਨੇੜੇ ਘੇਰਾ ਕਰ ਲਿਆ ਔਰ ਐਸਾ ਸਮਾਂ ਆ ਗਿਆ ਕਿ ਉਹਨਾਂ ਨੇ ਬਿਲਕੁਲ ਰਸਤਾ ਬੰਦ ਕਰ ਦਿੱਤਾ। ਰਸਤਾ ਪਾਣੀ ਤੋਂ ਸਿੰਘ ਔਖੇ ਹੋ ਗਏ। ਜਿਹੜੇ ਉੱਥੇ ਬੰਦੇ ਬਹਾਦਰ ਦੇ ਚੇਲੇ ਸਨ ਉਹਨਾਂ ਨੇ ਜਾ ਕੇ ਬਾਬਾ ਬਾਜ ਸਿੰਘ ਨੂੰ ਆਖਿਆ ਤੇ ਬਾਜ ਸਿੰਘ ਨੇ ਬੰਦੇ ਬਹਾਦਰ ਨੂੰ ਆਖਿਆ
ਕਿ ਜੇ ਤੁਹਾਡੇ ਮਨ ਵਿੱਚ ਇਹ ਭਰਮ ਹੋਵੇ ਕਿ ਮੈਂ ਉੱਡ ਕੇ ਚਲਾ ਜਾਵਾਂਗਾ, ਤੁਹਾਡੇ ਨਾਲ ਬਚਨ ਰਹਿਆ ਮੈਂ ਕਿਸੇ ਪਾਸੇ ਨਹੀਂ ਜਾਵਾਂਗਾ। ਜੇ ਤੁਰਕ ਬੇਈਮਾਨੀ ਕਰਨਗੇ ਤੇ ਇਹਨਾਂ ਦਾ ਮੈਂ ਘਾਤ ਕਰ ਦਿਆਂਗਾ, ਨਾਸ਼ ਕਰ ਦਿਆਂਗਾ। ਇੰਨੇ ਬਚਨ ਕਹਿ ਕੇ ਬੰਦਾ ਸਿੰਘ ਆਪ ਚੁਬਾਰੇ ਵਿੱਚ ਵੜ ਗਿਆ, ਦਰਵਾਜ਼ੇ ਬੰਦ ਕਰ ਲਏ। ਇੱਧਰ ਤੁਰਕ ਡਰਦੇ ਮਾਰੇ ਗੜੀ ਦੇ ਨੇੜੇ ਪੈਰ ਨਹੀਂ ਸਨ ਰੱਖਦੇ। ਉਹਨਾਂ ਨੇ ਫਿਰ ਇੱਕ ਘਾੜਤ ਘੜੀ ਸਕੀਮ ਚੱਲੀ ਕਿ ਸਿੰਘ ਬਹੁਤੇ ਜੋ ਕਿਲੇ ਦੇ ਵਿੱਚ ਨੇ ਉਹਨਾਂ ਵਿੱਚੋਂ ਕੁਝ ਸਿੰਘ ਬਾਹਰ ਕੱਢ ਕੇ ਮਾਰ ਦਈਏ ਤੇ ਜਿਹੜੇ ਥੋੜੇ ਰਹਿ ਜਾਣਗੇ ਉਹਨਾਂ ਨੂੰ ਮੁਕਾਣਾ ਸੌਖਾ ਹੋ ਜਾਏਗਾ। ਉਹਨਾਂ ਨੇ ਸਿੰਘਾਂ ਨੂੰ ਰਸਤਾਂ ਵਾਸਤੇ ਆਖਿਆ ਵੀ ਤੁਸੀਂ ਆਓ ਬਾਹਰ, ਰਾਸ਼ਨ ਪਾਣੀ ਲੈ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਇਹ ਬਾਦਸ਼ਾਹ ਦਾ ਫਰਮਾਨ ਆਇਆ ਹੈ। ਗੱਲਾਂ ਵਿੱਚ ਜਿਹੜੇ ਸੁਲਤਾਨੀਏ ਸਨ ਉਹਨਾਂ ਨੇ ਸਿੱਖਾਂ ਨੂੰ ਅੱਗੋਂ ਭਰਮਾ ਲਿਆ। ਬਹੁਤ ਸਾਰੇ ਸਿੰਘ ਗੜੀ ਵਿੱਚੋਂ ਬਾਹਰ ਨਿਕਲੇ ਤੇ ਕਈ ਕੋਹ ਦੂਰ ਚਲੇ ਗਏ। ਪਿੱਛੋਂ ਤੁਰਕਾਂ ਨੇ ਦਗਾਬਾਜੀ ਕਰਕੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਸਿੰਘ ਜਾਣ ਗਏ ਵੀ ਹੁਣ ਅੰਤਲਾ ਸਮਾਂ ਆ ਗਿਆ। ਗਹਿ ਗੱਚ ਲੜਾਈ ਹੋਈ ਤੇ ਸਾਰੇ ਸਿੰਘ ਸ਼ਹੀਦ ਹੋ ਗਏ। ਤੁਰਕਾਂ ਨੇ ਵਿਚਾਰ ਕੀਤੀ ਕਿ ਬਹੁਤੇ ਸਿੰਘ ਸ਼ਹੀਦ ਹੋ ਗਏ ਨੇ, ਹੁਣ ਰਹਿੰਦਿਆਂ ਨੂੰ ਮਾਰ ਲਈਏ। ਉਹਨਾਂ ਨੇ ਪੌੜੀਆਂ ਮੰਗਾ ਲਈਆਂ ਤੇ ਫੌਜ ਕਹਿਣ ਲੱਗੀ, ਬਾਦਸ਼ਾਹ ਹੇ ਨਵਾਬ, ਤੁਸੀਂ ਸਾਨੂੰ ਲੁੱਟ ਮਾਫ ਕਰ ਦਿਓ, ਭਾਵ ਲੁੱਟਿਆ ਹੋਇਆ ਜਿੰਨਾ ਸਮਾਨ ਉਹ ਸਾਡਾ ਹੋਵੇਗਾ। ਇੱਕ ਘੜੀ ਵਿੱਚ ਅਸੀਂ ਗੜੀ ਖਾਲੀ ਕਰਾ ਦਿਆਂਗੇ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਹੀ ਮਾਰ ਹਮ ਤੇ ਲਈ ਗਈ ਬੰਦੇ ਕਰਾਮਾਤ। ਤੁਰਕ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਜਿਹੜੇ ਸਿੰਘ ਰਸਤ ਲੈਣ ਵਾਸਤੇ ਬਾਹਰ ਨਿਕਲੇ ਸਨ ਉਹਨਾਂ ਸਾਰੇ ਸਿੰਘਾਂ ਨੂੰ ਅਸੀਂ ਮਾਰ ਲਿਆ, ਖਤਮ ਕਰ ਦਿੱਤਾ। ਗੜੀ ਦੇ ਵਿੱਚ ਬਹੁਤ ਥੋੜੇ ਸਿੰਘਾਂ ਦੀ ਗਿਣਤੀ ਰਹਿ ਗਈ ਹੈ। ਤੇ ਦੂਸਰਾ, ਬੰਦੇ ਬਹਾਦਰ ਵਿੱਚੋਂ ਕਰਾਮਾਤ ਵੀ ਖਤਮ ਹੋ ਗਈ, ਉਹ ਕਰਾਮਾਤ ਤੋਂ ਖਾਲੀ ਹੋ ਗਿਆ ਹੈ। ਅਸੀਂ ਘਾਤ ਕਰਕੇ ਮੈਦਾਨੇ ਜੰਗ ਦੇ ਵਿੱਚ ਉਹਦੇ ਨਾਲ ਜੰਗ ਕਰਾਂਗੇ ਤੇ ਜੰਗ ਕਰਕੇ ਬੰਦੇ ਬਹਾਦਰ ਨੂੰ ਫੜ ਲਵਾਂਗੇ। ਅਜਿਹੇ ਬਚਨ ਕਹਿ ਕੇ ਸਾਰੇ ਤੁਰਕਾਂ ਨੇ ਚੜ੍ਹਾਈ ਕਰ ਦਿੱਤੀ ਹੈ। ਇੱਧਰ ਜਿਹੜੇ ਅੰਦਰ ਸਿੰਘ ਸਨ ਉਹਨਾਂ ਨੇ ਇਹ ਗੱਲ ਸੁਣ ਲਈ ਕਿ ਤੁਰਕ ਚੜ੍ਹ ਕੇ ਆ ਗਏ ਹਨ। ਇਸ ਤਰ੍ਹਾਂ ਜਿਹੜੇ ਅੰਦਰ ਸਿੰਘ ਸਨ ਉਹਨਾਂ ਨੇ ਵੀ ਇਸ ਗੱਲ ਨੂੰ ਭਲਾ ਮਨਾਇਆ, ਚੰਗਾ ਮਨਾਇਆ ਹੈ। ਉਹਨਾਂ ਨੇ ਇਸ ਵਿਧੀ ਨੂੰ ਜਾਣ ਲਿਆ ਕਿ ਸ਼ਹੀਦ ਹੋਣ ਦਾ ਸਮਾਂ ਆ ਗਿਆ। ਭੁੱਖ ਨਾਲੋਂ ਸ਼ਹੀਦ ਹੋ ਕੇ ਚਲੇ ਜਾਣਾ ਇਹ ਸਾਡੇ ਲਈ ਚੰਗਾ ਹੈ। ਸਿੰਘ ਆਪਸ ਵਿੱਚ ਕਹਿਣ ਲੱਗੇ ਕਿ ਬੰਦੇ ਬਹਾਦਰ ਦੇ ਸਨਮੁਖ ਅੱਗੇ ਵੱਧ ਕੇ ਵੈਰੀ ਨਾਲ, ਤੁਰਕਾਂ ਨਾਲ ਲੜ ਕੇ ਸ਼ਹੀਦ ਹੋ ਜਾਈਏ ਤੇ ਚੰਗੀ ਗੱਲ ਹੈ। ਇੱਥੇ ਗੜੀ ਵਿੱਚ ਬਹਿ ਕੇ ਭੁੱਖੇ ਮਰਨ ਨਾਲੋਂ ਤਾਂ ਚੰਗਾ। ਅਸੀਂ ਕਿਉਂ ਭੁੱਖੇ ਮਰੀਏ? ਮਰਨਾ ਹੀ ਹੈ ਤੇ ਸ਼ਹੀਦ ਹੋ ਕੇ ਮਰਦੇ ਹਾਂ। ਸਿੰਘਾਂ ਨੇ ਤਲਵਾਰਾਂ ਧੂ ਲਈਆਂ, ਤਿਆਰ ਪਰ ਤਿਆਰ ਹੋ ਗਏ ਤੇ ਸ਼ਸਤਰ ਲੈ ਕੇ ਤੇ ਗੜੀ ਦੇ ਜਿਹੜੇ ਦਰਵਾਜ਼ੇ ਸਨ ਸਿੰਘਾਂ ਨੇ ਖੋਲ ਦਿੱਤੇ ਕਿ ਆਉਣ ਦੋ ਤੁਰਕਾਂ ਨੂੰ ਤੇ ਇਹਨਾਂ ਨੂੰ ਵੱਢ ਵੱਢ ਕੇ ਢੇਰ ਲਾ ਦਿਆਂਗੇ। ਗੜੀ ਦਾ ਦਰਵਾਜ਼ਾ ਖੁੱਲ੍ਹਦਿਆਂ ਸਾਰ ਜਿਹੜੇ ਤੁਰਕ ਸਨ ਘੋੜਿਆਂ ਤੇ ਸਵਾਰ ਹੋ ਕੇ ਆ ਗਏ ਹਨ। ਹੁਣ ਜਿਹੜੇ ਇਹ ਸਿਪਾਹੀ ਸਨ ਉਹ ਚਾਹੁੰਦੇ ਸਨ ਵੀ ਜਿਹੜੇ ਪਿਆਦੇ ਨੇ, ਪਿਆਦੇ ਤੋਂ ਭਾਵ ਵੀ ਪੈਦਲ ਚੱਲਣ ਵਾਲੇ, ਵੀ ਜਿਹੜੇ ਪੈਦਲ ਚੱਲਣ ਵਾਲੇ ਸਿਪਾਹੀ ਨੇ ਉਹ ਮੂਹਰੇ ਲੱਗ ਕੇ ਨਾ ਤੇ ਗੜੀ ਦੇ ਅੰਦਰ ਪ੍ਰਵੇਸ਼ ਹੋ ਜਾਣ। ਆਖਦੇ ਨੇ ਕਿ ਬੰਦੇ ਬਹਾਦਰ ਦੇ ਕੋਲ ਬਹੁਤ ਸਾਰਾ ਮਾਲ ਹੈ, ਧਨ ਹੈ, ਸੋਨਾ ਚਾਂਦੀ ਆਦਿਕ ਉਹਨੇ ਇਕੱਠਾ ਕਰਕੇ ਰੱਖਿਆ ਹੈ। ਸੋ ਇਸ ਕਰਕੇ ਜਿਹੜਾ ਪਹਿਲਾਂ ਜਾਵੇਗਾ ਨਾ ਉਹ ਜਾ ਕੇ ਸਾਰਾ ਮਾਲ ਲੁੱਟ ਲਵੇਗਾ। ਜਿਹੜਾ ਪਹਿਲਾਂ ਜਾਏਗਾ ਉਹਦੇ ਹੱਥ ਬਹੁਤਾ ਧਨ ਆ ਜਾਏਗਾ।
ਇਸ ਕਰਕੇ ਜਿਹੜੇ ਪਿਆਦੇ ਹਨ ਉਹ ਮੂਹਰੇ ਜਾਣਾ ਚਾਹੁੰਦੇ ਹਨ। ਆਗੇ ਹੋਏ ਚਾਹੇ ਦੌੜੇ। ਪਰ ਕੁਝ ਅਜਿਹਾ ਹੋਇਆ ਕਿ ਜਿਹੜੇ ਪਿਆਦੇ ਸਨ ਉਹ ਮੂਹਰੇ ਜਾਣਾ ਚਾਹੁੰਦੇ ਨੇ, ਘੋੜ ਸਵਾਰ ਜਿਹੜੇ ਸਨ ਉਹ ਚਾਹੁੰਦੇ ਵੀ ਅਸੀਂ ਮੂਹਰੇ ਜਾਈਏ, ਕਿਉਂ ਜਿਹੜਾ ਪਹਿਲਾਂ ਜਾਏਗਾ ਧਨ ਉਸੇ ਨੂੰ ਹੀ ਪ੍ਰਾਪਤ ਹੋਵੇਗਾ। ਘੋੜਨ ਉੱਪਰ ਚੜਾਵੇ ਘੋੜੇ। ਵੇਖੋ ਧਨ ਦਾ ਲਾਲਚ ਕਿੰਨਾ ਪੈਦਾ ਹੋ ਗਿਆ ਕਿ ਤੁਰਕ ਇੱਕ ਦੂਜੇ ਦੇ ਘੋੜੇ ਤੇ ਘੋੜਾ ਚੜਾਉਣ ਲੱਗ ਪਏ, ਆਪਣੇ ਸਿਪਾਹੀ ਆਪਣੇ ਫੌਜੀ ਮਾਰਨ ਲੱਗ ਪਏ ਨੇ ਵੀ ਇਹ ਮੇਰੇ ਤੋਂ ਪਿੱਛੇ ਰਹਿ ਜਾਏ ਤੇ ਮੈਂ ਅੱਗੇ ਵੱਧ ਕੇ ਤੇ ਬੰਦੇ ਬਹਾਦਰ ਨੂੰ ਲੁੱਟ ਲਵਾਂ। ਆਪਨ ਸੋ ਆਪੇ ਭਿੜ ਪਰੇ। ਇਸ ਤਰ੍ਹਾਂ ਮਾਇਆ ਦੇ ਲਾਲਚ ਕਰਕੇ ਤੁਰਕ ਆਪਸ ਵਿੱਚ ਹੀ ਭਿੜ ਪਏ ਹਨ, ਆਪਸ ਵਿੱਚ ਲੜਨ ਲੱਗ ਪਏ ਹਨ। ਕਰ ਪਿਛਲਨ ਪਗ ਧਰੈ। ਇਸ ਪ੍ਰਕਾਰ ਜਿਹੜੇ ਕਹਿੰਦੇ ਮੂਹਰੇ ਤੁਰ ਰਹੇ ਸਨ, ਅੱਗੇ ਤੁਰ ਰਹੇ ਸਨ, ਤੇ ਉਹਨਾਂ ਦੇ ਪਿੱਛੇ ਪਿੱਛੇ ਜਿਹੜੇ ਆ ਰਹੇ ਨੇ ਨਾ ਉਹ ਆਪਣੇ ਤੋਂ ਮੂਹਰਲਿਆਂ ਦੇ ਉੱਤੇ ਪੈਰ ਰੱਖਣ ਲੱਗ ਪਏ। ਜਿਹੜੇ ਪਹਿਲਾਂ ਸਨ ਪੈਦਲ ਤੁਰ ਰਹੇ ਤੇ ਜਿਹੜੇ ਪਿੱਛੋਂ ਪੈਦਲ ਆ ਰਹੇ ਸੀ ਉਹ ਮੂਹਰਲਿਆਂ ਦੇ ਉੱਤੇ ਚੜ ਗਏ, ਤੇ ਕਈ ਜਿਹੜੇ ਘੋੜਿਆਂ ਤੇ ਸਵਾਰ ਸੀ ਤੇ ਉਹਨਾਂ ਨੇ ਜਿਹੜੇ ਪੈਦਲ ਜਾ ਰਹੇ ਸਨ ਉਹਨਾਂ ਤੇ ਘੋੜੇ ਚੜਾ ਦਿੱਤੇ ਹਨ। ਗਰਦੋ ਧੂਓ ਭਇਓ ਅੰਧੇਰੋ। ਗੋਲੀਆਂ ਚੱਲਣ ਲੱਗ ਪਈਆਂ, ਤੋਪਾਂ ਚੱਲ ਪਈਆਂ ਤੇ ਘੋੜਿਆਂ ਦੇ ਪੌੜ ਦੇ ਨਾਲ ਮਿੱਟੀ ਤੇ ਧੂਆਂ ਆਕਾਸ਼ ਨੂੰ ਚੜ ਗਿਆ, ਗਰਦ ਧੁੰਦ ਮਚ ਗਈ ਹੈ। ਚਾਰ ਤਰਫ ਤੇ ਉਨ ਗੜ ਘੇਰੋ। ਇਸ ਤਰ੍ਹਾਂ ਬਾਹਰੋਂ ਤੁਰਕ ਜਿਹੜੇ ਸਨ ਉਹਨਾਂ ਨੇ ਚਾਰ ਚਫੇਰੇ ਤੋਂ ਗੜ ਕਿਲਾ ਘੇਰ ਲਿਆ। ਚਾਰ ਲੱਖ ਕਹਿ ਤੁਰਕ ਜੀ ਜੰਤ। ਇਸੇ ਪ੍ਰਕਾਰ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਵੀ 4 ਲੱਖ ਦੇ ਤੁਰਕ ਜਿਹੜੇ ਸਨ ਇੱਥੇ ਇਕੱਠੇ ਹੋਏ ਸਨ, ਜਿੰਨੇ ਵੀ ਜੀ ਜੰਤ ਆਦਿਕ ਸਨ। ਵੈਸੇ ਕਈ ਵਿਦਵਾਨ ਸੱਜਣ ਕਰੀਬਨ ਲਿਖਦੇ ਨੇ ਕਿ 20,000 ਜਿਹੜੇ ਅਬਦਲ ਸਮਦ ਖਾਨ, ਵੈਸੇ ਭਾਈ ਸਾਹਿਬ ਨੇ ਹਿੰਮਤ ਖਾਨ ਦਾ ਜ਼ਿਕਰ ਕੀਤਾ, ਅਬਦਲ ਸਮਦ ਖਾਨ 20,000 ਸਿਪਾਹੀ ਲੈ ਕੇ ਆਇਆ ਸੀ, ਪਰ ਉੱਥੇ ਜ਼ਕਰੀਆ ਖਾਨ ਵੀ ਆਇਆ ਸੀ। ਜ਼ਕਰੀਆ ਖਾਨ ਤੋਂ ਇਲਾਵਾ ਲਾਹੌਰ ਦਾ ਸੂਬੇਦਾਰ ਵੀ ਆਇਆ ਸੀ, ਕਸੂਰੀਏ ਵੀ ਆਏ ਸਨ, ਤੇ ਜਿਹੜੇ ਪਠਾਨ ਸਰਹੰਦ ਤੋਂ ਪੰਜਾਬ ਤੋਂ ਦੌੜ ਕੇ ਕਸੂਰ ਆਦਿਕ ਬਹਿ ਗਏ ਸਨ, ਲਾਹੌਰ ਦੇ ਸੂਬੇਦਾਰ ਨੇ ਉਹਨਾਂ ਨੂੰ ਵੀ ਮੂਹਰੇ ਲਾ ਲਿਆ ਸੀ। ਭਾਵ ਕਿ ਲਾਹੌਰ ਦੀ ਫੌਜ, ਕਸੂਰ ਦੀ ਫੌਜ, ਬਾਕੀ ਜਿਹੜੇ ਇੱਧਰੋਂ ਦਿੱਲੀ ਵੱਲੋਂ ਆਏ ਸਨ ਉਹਨਾਂ ਦੀ ਫੌਜ ਕਰ ਕਰਾ ਕੇ ਇਹਨਾਂ ਦੀ ਜਿਹੜੀ ਟੋਟਲ ਗਿਣਤੀ ਭਾਈ ਸਾਹਿਬ ਨੇ 4 ਲੱਖ ਲਿਖੀ ਹੈ ਵੀ ਇਸ ਤਰ੍ਹਾਂ ਜੀ ਜੰਤ ਸਮੇਤ 4 ਲੱਖ ਜਿਹੜੇ ਤੁਰਕ ਹਨ। ਚਾਰ ਬੰਦੇ ਸਿਰਤੰਤ। ਤੇ ਇਧਰ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ 4,000 ਜਿਹੜਾ ਸਿੱਖ ਸੀ ਉਹ ਬਚਿਆ ਸੀ। ਕਈ ਸਿੰਘ ਸ਼ਹੀਦ ਹੋ ਗਏ, ਭੁੱਖ ਦੇ ਨਾਲ ਹੀ ਚੱਲ ਵਸੇ, ਕਈ ਜੰਗ ਦੇ ਵਿੱਚ ਸ਼ਹੀਦ ਹੋ ਗਏ, ਤੇ ਕੇਵਲ 4,000 ਜਿਹੜੇ ਸਿੱਖ ਸਨ ਉਹ ਗਿਣਤੀ ਦੇ ਰਹਿ ਗਏ ਸਨ। ਕੁਝ ਤਾਂ ਜਿਹੜੇ ਸਿੰਘ ਸਨ ਉਹ ਭੁੱਖੇ ਹੀ ਚੜ੍ਹਾਈ ਕਰ ਗਏ, ਤੇ ਕਈਆਂ ਨੇ ਆਰਾਮ ਨਹੀਂ ਕੀਤਾ, ਸੁੱਤੇ ਨਹੀਂ ਸਨ। ਉਹਨਾਂ ਦੇ ਸਰੀਰ ਵਿੱਚ ਕੋਈ ਸੱਤਾ ਨਹੀਂ ਸੀ ਰਹੀ, ਕੋਈ ਤਾਕਤ ਨਹੀਂ ਸੀ ਰਹੀ। 8 ਮਹੀਨੇ ਲੰਘ ਗਏ ਸਨ ਭੁੱਖੇ ਭਾਣੇ ਉਹਨਾਂ ਨੇ ਸਮਾਂ ਬਤੀਤ ਕੀਤਾ। ਪਰ ਜਦੋਂ ਤੁਰਕਾਂ ਨੇ ਹਮਲਾ ਕਰ ਦਿੱਤਾ ਉਹਨਾਂ ਸਿੰਘਾਂ ਦੇ ਅੰਦਰ ਨਾ ਇੱਕ ਤਾਕਤ ਆ ਗਈ, ਇਉਂ ਕਹਿ ਲਓ ਵੀ ਇੱਕ ਬਿਜਲੀ ਉਹਨਾਂ ਦੇ ਸਰੀਰ ਵਿੱਚ ਦੌੜ ਪਈ ਤੇ ਲੜਨ ਵਾਸਤੇ ਤਿਆਰ ਬਰ ਤਿਆਰ ਹੋ ਗਏ ਹਨ। ਜੋ ਕਰਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਜਿਹੜੀ ਗੱਤ ਹੈ ਨਾ ਅਕਾਲ ਪੁਰਖ ਦੀ, ਉਹ ਕੋਈ ਨਹੀਂ ਜਾਣ ਸਕਦਾ। ਵਾਹਿਗੁਰੂ ਆਪਣੀ ਗੱਤ ਆਪ ਜਾਣਦਾ ਹੈ, ਆਪਣਾ ਅੰਤ ਪਰਮੇਸ਼ਰ ਆਪ ਜਾਣਦਾ ਹੈ, ਤੇ ਮਨੁੱਖ ਦੀ ਕੋਈ ਔਕਾਤ ਨਹੀਂ, ਤਾਕਤ ਨਹੀਂ ਕਿ ਉਹ ਕਰਤੇ ਦੀ ਗੱਤ ਨੂੰ ਜਾਣ ਸਕੇ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਜੋ ਆਪ ਜਾਣਦਾ ਜਾਂ ਉਸ ਮਾਲਕ ਦੀ ਜਿਹੜੀ ਗੱਤ ਮਿਤ ਹੈ ਗੁਰੂ ਜਾਣਦਾ ਹੈ, ਮਨੁੱਖ ਦੇ ਵੱਸ ਦੀ ਗੱਲ ਨਹੀਂ। ਸਿੰਘਾਂ ਨੇ ਸ਼ਹਾਦਤ ਦਾ ਨਾਮ ਸੁਣਿਆ ਤੇ ਸਰੀਰ ਦੇ ਵਿੱਚ ਬਿਜਲੀ ਦੌੜ ਪਈ, ਤਿਆਰ ਬਰ ਤਿਆਰ ਹੋ ਗਏ, ਸੁੱਤੇ ਨਹੀਂ। ਕਿਉਂ? ਹਰ ਵਕਤ ਪਹਿਰੇ ਤੇ ਰਹਿੰਦੇ ਸਨ, ਪਤਾ ਨਹੀਂ ਤੁਰਕ ਕਿਹੜੇ ਵੇਲੇ ਆ ਜਾਣ, ਕਦੋਂ ਜੰਗ ਕਰਨਾ ਪੈ ਜਾਏ। ਕਈ ਮਹੀਨਿਆਂ ਤੋਂ ਭੁੱਖੇ ਪਾੜੇ ਸਨ। ਤੁਰਕਾਂ ਨੂੰ ਵੇਖ ਕੇ ਨਾ ਇੱਕ ਸਿੰਘ ਤੋਂ ਅੱਗੇ ਦੂਜਾ ਸਿੰਘ ਆ ਕੇ ਖਲੋ ਜਾਂਦਾ, ਮੈਂ ਪਹਿਲਾਂ ਸ਼ਹੀਦ ਹੋਣਾ, ਦੂਜਾ ਕਹਿੰਦਾ ਮੈਂ ਪਹਿਲਾਂ ਸ਼ਹੀਦ ਹੋਣਾ ਹੈ। ਜਿਸ ਸਿੰਘ ਦੇ ਹੱਥ ਜਿਹੜਾ ਵੀ ਹਥਿਆਰ ਆਇਆ ਉਹ ਹਥਿਆਰ ਲੈ ਕੇ ਤੁਰੰਤ ਹੀ ਤੁਰਕਾਂ ਨੂੰ ਮਾਰਨ ਚੜ ਪਿਆ ਹੈ।
ਉਧਰੋਂ ਤੁਰਕਾਂ ਨੇ ਵੀ ਹਮਲਾ ਕਰ ਦਿੱਤਾ ਹੈ। ਤੈ ਸਿੱਖਨ ਮੋਹਰੋ ਲਿਓ ਇਧਰ ਜਿਹੜੇ ਸਿੰਘ ਸਨ ਮੋਹਰੀ ਹੋ ਕੇ ਨਾ ਉਹਨਾਂ ਨੇ ਤੁਰਕਾਂ ਦਾ ਜਿਹੜਾ ਹਮਲਾ ਸਹਾਰ ਲਿਆ ਹੈ। ਤੁਰਕ ਫੌਜ ਢੁਕ ਪਈ ਦਰਵਾਜ਼ੇ ਤੁਰਕਾਂ ਦੀ ਫੌਜ ਜਿਹੜੀ ਗੜੀ ਦੇ ਦਰਵਾਜ਼ੇ ਦੇ ਕੋਲ ਆ ਪਹੁੰਚੀ ਹੈ। ਮਾਰ ਮਾਰ ਹੁਮਾ ਕਰਨ ਵਾਚਨ ਉਥੇ ਮਾਰ ਦੀਆਂ ਪੁਕਾਰਾਂ ਹੋਣ ਲੱਗੀਆਂ, ਅਲੀ ਅਲੀ ਦੇ ਨਾਅਰੇ ਲੱਗਣ ਲੱਗੇ। ਇਧਰ ਗੁਰੂ ਕੇ ਜਿਹੜੇ ਸਿੰਘ ਸਨ ਉਹ ਵੀ ਜੋਸ਼ ਦੇ ਵਿੱਚ ਆ ਕੇ ਜਕਾਰੇ ਛੱਡਣ ਲੱਗੇ ਹਨ। ਅਲੀ ਅਲੀ ਉਤ ਤੁਰਕ ਪੁਕਾਰੈ ਉਧਰ ਤੁਰਕ ਅਲੀ ਅਲੀ ਦੇ ਨਾਅਰੇ ਪੁਕਾਰਦੇ ਹਨ। ਗੁਰੂ ਇਤ ਸਿੱਖ ਉਚਾਰੈ ਇਧਰ ਸਿੰਘ ਗੁਰੂ ਗੁਰੂ ਦਾ ਜਾਪ ਜਪਦੇ ਜਕਾਰੇ ਛੱਡਦੇ ਨੇ। ਹਾਂਜੀ, ਤੁਰਕਨ ਢੁਕ ਸ਼ਸਤਰ ਚਲਾਏ ਤੁਰਕਾਂ ਨੇ ਨੇੜੇ ਆ ਕੇ ਸਿੰਘਾਂ ਦੇ ਪਾਸ ਸ਼ਸਤਰ ਚਲਾ ਦਿੱਤੇ। ਰਹੇ ਖੜ ਉਸ ਹੀ ਥਾਏ ਗੁਰੂ ਦੇ ਸਿੱਖ ਗੜੀ ਦੇ ਦਰਵਾਜ਼ੇ ਦੇ ਕੋਲ ਹੀ ਖਲੋ ਗਏ, ਇੱਕ ਕਦਮ ਪਿੱਛੇ ਨਹੀਂ ਕੀਤਾ। ਹਰੀ ਬੰਦੂਕ ਥੀ ਦਾਰੂ ਨਾਲ ਸਿੱਖਾਂ ਨੇ ਕਹਿੰਦੇ ਦਾਰੂ ਸਿੱਕਾ ਭਰ ਕੇ ਜਿਹੜੀ ਬੰਦੂਕ ਸੀ ਉਹ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੈ। ਗੋਲੀ ਥੀ ਰੱਖੀ ਢਾਲ ਬੰਦੂਕਾਂ ਦੇ ਵਿੱਚ ਦੋ ਦੋ ਗੋਲੀਆਂ ਪਾ ਕੇ ਰੱਖੀਆਂ ਹਨ। ਗੱਜ ਨਾਲ ਬਰੂਦ ਚੰਗੀ ਤਰ੍ਹਾਂ ਠੋਕ ਕੇ ਰੱਖਿਆ ਹੈ। ਜੋ ਸਿੰਘ ਨਭ ਦੇਹੋਂ ਲਗਾ ਦਗਾਏ ਜਦੋਂ ਤੁਰਕ ਚੜ ਕੇ ਆ ਗਏ ਤੇ ਸਿੰਘ ਕਹਿਣ ਲੱਗੇ ਕਿ ਭਾਈ ਛੇਤੀ ਕਰੋ, ਹੁਣ ਤਿਆਰ ਬਰ ਤਿਆਰ ਹੋ ਕੇ ਨਾ ਤੋੜਾ ਤੁਖਾ ਕੇ ਤੇ ਗੋਲੀਆਂ ਚਲਾ ਦਿਓ। ਤੋਂ ਭਰੈ ਵਕਤ ਹੈ ਕਾਏ ਇਸ ਤੋਂ ਔਖਾ ਵਕਤ ਹੋਰ ਕੋਈ ਨਹੀਂ ਹੋ ਸਕਦਾ। ਇਸ ਔਖੇ ਸਮੇਂ ਦੇ ਵਿੱਚ ਹੁਣ ਤਿਆਰ ਬਰ ਤਿਆਰ ਹੋ ਕਰਕੇ ਲੜੋ ਤੇ ਤੁਰਕਾਂ ਨੂੰ ਨਾਸ਼ ਕਰ ਦਿਓ। ਧਰ ਕੰਦੇ ਸੋ ਦਈ ਦਗਾਏ ਇਸੇ ਪ੍ਰਕਾਰ ਸਿੰਘਾਂ ਨੇ ਰੱਖ ਕੇ ਜਿਹੜੀਆਂ ਬੰਦੂਕਾਂ ਉਹਨਾਂ ਨੇ ਵੇਖ ਲਿਆ ਨਾ ਵੀ ਹੁਣ ਚੰਗਾ ਵਕਤ ਚੰਗਾ ਮੌਕਾ ਵੀ ਚੜ ਕੇ ਆ ਗਏ ਨੇ। ਭੀੜ ਵਾਲਾ ਔਖਾ ਸਮਾਂ ਤਾਂ ਸੀ, ਪਰ ਤੁਰਕਾਂ ਨੂੰ ਮਾਰਨ ਦਾ ਵੀ ਚੰਗਾ ਵੇਲਾ ਸੀ। ਰੱਖ ਕੇ ਆਪਣੇ ਮੋਢਿਆਂ ਤੇ ਬੰਦੂਕਾਂ ਤੇ ਤੋੜਾ ਤੁਖਾ ਕੇ ਉਹਨਾਂ ਨੇ ਬਰੂਦ ਦੇ ਨਾਲ ਲਾ ਦਿੱਤਾ ਹੈ। ਇੱਕ ਦੋ ਦੇ ਕਰਾਏ ਕੜਾਕਿਆਂ ਨਾਲ ਗੋਲੀਆਂ ਚੱਲ ਪਈਆਂ ਤੇ ਗੋਲੀਆਂ ਤੁਰਕਾਂ ਦੇ ਹੱਡਾਂ ਨੂੰ ਚੀਰਦੀਆਂ ਪਾਰ ਲੰਘ ਗਈਆਂ। ਦੋ ਦੋ ਗੋਲੀਆਂ, ਇੱਕ ਇੱਕ ਗੋਲੀ ਜਿਹੜੀ ਸੀ ਨਾ ਦੋ ਦੋ ਗੋਲੀਆਂ ਪਾਈਆਂ ਬੰਦੂਕਾਂ 'ਚ ਤੇ ਇੱਕ ਇੱਕ ਗੋਲੀ ਦੋ ਦੋ ਤੁਰਕਾਂ ਦੇ ਆਰ ਪਾਰ ਹੋ ਗਈ ਹੈ। ਕੋ ਬਰਮ ਦੁਏ ਤਨ ਬਰਮੇ ਇੱਕ ਗੋਲੀ ਪਹਿਲਾਂ ਇੱਕ ਸਰੀਰ ਨੂੰ ਚੀਰ ਕੇ ਲੰਘਦੀ, ਫਿਰ ਦੂਜੇ ਸਰੀਰ ਦੇ ਵਿੱਚ ਵੜ ਕੇ ਉਹਨੂੰ ਵੀ ਚੀਰ ਦਿੰਦੀ ਹੈ। ਆਪ ਤੋੜ ਸੋ ਲੰਘ ਗਈ ਚਰਮੇ ਮਾਸ ਵਿੱਚੋਂ ਲੰਘਦੀ ਹੋਈ ਤੇ ਹੱਡ ਤੋੜ ਕੇ ਤੁਰਕਾਂ ਦੇ ਗੋਲੀਆਂ ਆਰ ਪਾਰ ਹੋ ਗਈਆਂ ਹਨ। ਮੁਹਰੇ ਆਏ ਕਰ ਹਲੋ ਸੋ ਭੋਗ ਦੇ ਗਿਰਾਏ ਜਿਹੜੇ ਤੁਰਕ ਲੁੱਟਣ ਦੇ ਇਰਾਦੇ ਨਾਲ ਮੂਹਰੇ ਆਏ ਸਨ, ਸਿੰਘਾਂ ਨੇ ਇੱਕੋ ਹੱਲਾ ਕਰਕੇ ਉਹਨਾਂ ਤੁਰਕਾਂ ਨੂੰ ਧਰਤੀ ਤੇ ਵਿਛਾ ਦਿੱਤਾ। ਸਾਰਿਆਂ ਦਾ ਭੋਗ ਪਾ ਦਿੱਤਾ, ਕੋਈ ਜਿਉਂਦਾ ਨਹੀਂ ਛੱਡਿਆ। ਪਰ ਲੋਥੈ ਗਿਰੇ ਘੋੜਾ ਤੁਰਕ ਸੰਕਾਏ ਜਿਹੜੀ ਗੜੀ ਦਾ ਦਰਵਾਜ਼ਾ ਸੀ ਨਾ ਉਸ ਦਰਵਾਜ਼ੇ ਦੇ ਵਿੱਚ ਲੋਥਾਂ ਤੇ ਲੋਥਾਂ ਡਿੱਗ ਪਈਆਂ, ਢੇਰ ਲੱਗ ਗਏ ਦਰਵਾਜ਼ੇ ਦੇ ਮੂਹਰੇ। ਇਉਂ ਜਾਪਿਆ ਵੀ ਜਿਵੇਂ ਨਵੇਂ ਤਖਤੇ ਸਿੰਘਾਂ ਨੇ ਲਾ ਦਿੱਤੇ ਹੋਣ। ਤੇ ਜਦੋਂ ਤੁਰਕਾਂ ਦੇ ਘੋੜਿਆਂ ਨੇ ਵੇਖਿਆ ਲੋਥਾਂ ਦਾ ਢੇਰ ਤੇ ਉਹ ਵੀ ਸੰਕੋਚ ਕਰਨ ਲੱਗੇ। ਉਹਨਾਂ ਦਾ ਮਨ ਨਹੀਂ ਸੀ ਕਰਦਾ ਵੀ ਇੱਥੋਂ ਅੱਗੇ ਵੱਧ ਜਾਈਏ। ਸਿੰਘਨ ਪੀ ਮਰਨੋ ਕਹਿ ਡਰੈ ਟੋਲੇ ਨ ਦੂਸਰ ਸਾਥ ਸਿੰਘ ਵੀ ਕਿਥੇ ਮਰਨ ਤੋਂ ਡਰਦੇ ਸਨ। ਉਹ ਤਾਂ ਕਹਿੰਦੇ ਸਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸੰਧੌਰਾ ਲੀਨ। ਜਦੋਂ ਹੱਥ ਵਿੱਚ ਹੁਣ ਸੰਧੌਰਾ ਲੈ ਹੀ ਲਿਆ ਤੇ ਹੁਣ ਮਰਨ ਤੋਂ ਕੀ ਡਰਨਾ। ਸੰਧੌਰਾ ਕੀ ਹੁੰਦਾ? ਪੁਰਾਣੇ ਸਮੇਂ ਵਿੱਚ ਇਸਤਰੀ ਸਤੀ ਹੋਣ ਵਾਸਤੇ ਜਾਂਦੀ ਸੀ, ਉਹ ਨਾਰੀਅਲ ਆਦਿਕ ਲੈ ਕੇ ਨਾ ਸੰਧੌਰਾ ਲੈ ਕੇ ਜਾਂਦੀ ਸੀ ਤੇ ਚਿਖਾ ਦੇ ਉੱਤੇ ਬਹਿ ਕੇ ਸੜ ਜਾਂਦੀ ਸੀ ਪਤੀ ਨਾਲ। ਇਹ ਜਿਹੜੀ ਮਾੜੀ ਪ੍ਰਥਾ ਗੁਰੂ ਅਮਰਦਾਸ ਮਹਾਰਾਜ ਨੇ ਬੰਦ ਕੀਤੀ ਸੀ ਤੇ ਵਿਧਵਾ ਦਾ ਪੁਨਰ ਵਿਆਹ ਕਰਨ ਦੀ ਆਗਿਆ ਗੁਰੂ ਅਮਰਦਾਸ ਮਹਾਰਾਜ ਨੇ ਦਿੱਤੀ ਸੀ। ਸੋ ਇਸ ਪ੍ਰਕਾਰ ਉਹ ਐਗਜ਼ਾਮਪਲ ਦਿੱਤੀ, ਉਦਾਹਰਣ ਦਿੱਤੀ ਗੁਰੂ ਸਾਹਿਬ ਜੀ ਦੀ ਬਾਣੀ ਨੇ ਕਿ ਜਦੋਂ ਹੱਥ ਵਿੱਚ ਹੁਣ ਸੰਧੌਰਾ ਲੈ ਲਿਆ ਤੇ ਮਰਨ ਤੋਂ ਕੀ ਡਰਪਣਾ। ਜਦੋਂ ਸਿੰਘ ਹੀ ਬਣ ਗਏ ਤੇ ਸਿੰਘ ਤੇ ਮੌਤ ਦਾ ਕੋਈ ਸੁਮੇਲ ਹੀ ਹੈ ਕੋਈ ਨਹੀਂ। ਇਸ ਕਰਕੇ ਗੁਰੂ ਕੇ ਸਿੰਘ ਜਿਹੜੇ ਮੌਤ ਤੋਂ ਕਿੱਥੇ ਸੰਗਦੇ ਨੇ, ਟਲੇ ਨਾ ਟੋਲੇ ਨਾ ਦੂਸਰ ਸਾਥ, ਤੇ ਦੂਜੇ ਦਾ ਸਾਥ ਵੀ ਨਹੀਂ ਭਾਲਦੇ ਕਿ ਕੋਈ ਆ ਕੇ ਮੇਰੀ ਮਦਦ ਕਰ ਦੇਵੇ। ਇਹ ਇਕੱਲੇ ਹੀ ਡਟ ਜਾਂਦੇ ਹਨ। ਜਿਸ ਪਾਸੇ ਮੂੰਹ ਕਰਕੇ ਤੁਰ ਪੈਂਦੇ ਨੇ, ਆਪਣੇ ਸ਼ਸਤਰ ਚਲਾ ਚਲਾ ਕੇ ਤੁਰਕਾਂ ਨਾਲ ਦੋ ਹੱਥ ਕਰਕੇ ਤੇ ਤੁਰਕਾਂ ਨੂੰ ਮਾਰ ਸੁੱਟਦੇ ਹਨ। ਸੋ ਭਾਈ ਰਤਨ ਸਿੰਘ ਜੀ ਕਹਿੰਦੇ, ਸਿੰਘੋ ਹੁਣ ਮੈਂ ਤੁਹਾਨੂੰ ਦੂਜੇ ਪਾਸੇ ਦੀ ਗੱਲ ਸੁਣਾਉਣਾ। ਇਹ ਤਾਂ ਸੀ ਮੁੱਖ ਦਰਵਾਜ਼ਾ ਜਿੱਥੇ ਸਿੰਘਾਂ ਨੇ ਮੋਰਚਾ ਲਾਇਆ ਤੇ ਤੁਰਕਾਂ ਨੂੰ ਅੰਦਰ ਨਹੀਂ ਵੜਨ ਦਿੱਤਾ। ਹੁਣ ਦੂਜੇ ਪਾਸੇ ਦੀ ਗੱਲ ਸੁਣੋ।
ਕੁਝ ਤੁਰਕ ਜਿਹੜੇ ਗੜੀ ਦੇ ਦੂਸਰੇ ਪਾਸੇ ਨੂੰ ਹੋ ਕੇ ਤੇ ਉਹ ਚਾਹੁੰਦੇ ਸਨ ਵੀ ਅਸੀਂ ਗੜੀ ਦੀ ਕੰਧ ਟੱਪ ਕੇ ਅੰਦਰ ਵੜ ਜਾਈਏ। ਅੱਖੀਂ ਬਹੁ ਦੌੜੇ ਜਾਣ ਤੁਰਕ ਅੱਖਾਂ ਮੀਚ ਕੇ ਦੌੜੇ ਜਾ ਰਹੇ ਸਨ ਵੀ ਸਾਨੂੰ ਇੱਥੇ ਕਿਹੜਾ ਕਿਸੇ ਦੀ ਕੋਈ ਪਰਵਾਹ ਹੈ। ਲੋ ਅੱਗੇ ਪਰੋਸਿਓ ਖਾਨ ਕਹਿੰਦੇ ਇਉਂ ਜਾਣੋ ਵੀ ਜਿਵੇਂ ਕਿਸੇ ਨੇ ਅੱਗੇ ਹਲਵਾ ਪਰੋਸਿਆ ਹੋਵੇ ਨਾ ਤੇ ਲੋਕ ਦੌੜਦੇ ਨੇ ਹਲਵਾ ਖਾਣ ਵਾਸਤੇ। ਇਧਰ ਸਿੰਘਾਂ ਨੇ ਵੀ ਗੋਲੀਆਂ ਦਾ ਹਲਵਾ, ਤਲਵਾਰਾਂ ਦਾ ਹਲਵਾ ਪਰੋਸ ਕੇ ਰੱਖਿਆ ਸੀ ਤੇ ਤੁਰਕ ਅੰਨੇ ਹੋ ਕੇ ਅੱਖਾਂ ਮੀਚ ਕੇ ਉਹ ਹਲਵਾ ਖਾਣ ਵਾਸਤੇ ਅੱਗੇ ਦੌੜ ਦੌੜ ਕੇ ਜਾਂਦੇ ਹਨ। ਕੰਧਾਂ ਉੱਤੇ ਸੋ ਤੋਪਨ ਢਾਹੀ ਇਹਨਾਂ ਨੇ ਤੋਪਾਂ ਦੇ ਨਾਲ ਨਾ ਗੜੀ ਦੀਆਂ ਕੰਧਾਂ ਢਾ ਦਿੱਤੀਆਂ, ਕਿਉਂਕਿ ਗੋਤੀ ਕੋਈ ਮਜ਼ਬੂਤ ਤਾਂ ਹੈ ਨਹੀਂ ਸੀ, ਉਹ ਕੋਈ ਕਿਲਾ ਥੋੜਾ ਸੀਗਾ। ਦੁਨੀ ਚੰਦ ਦਾ ਉਹ ਕਿਲਾ ਸੀ, ਛੋਟੀ ਜੀ ਉਹਦੀ ਗੜੀ ਸੀ, ਅਹਾਤਾ ਸੀ ਆਪਣਾ ਰਹਿਣ ਵਾਲਾ। ਤੇ ਉਹਨਾਂ ਨੇ ਮਾਰ ਕੇ ਤੋਪਾਂ ਦੇ ਗੋਲੇ ਤੇ ਕੰਧਾਂ ਜਿਹੜੀਆਂ ਸਨ ਉਹਦੇ ਵਿੱਚ ਸਰਾਖ ਕਰ ਦਿੱਤੇ ਹਨ। ਜਿਹਨੇ ਪੀਛੇ ਬੁਰਜ ਗਿਰਾਈ ਕੰਧਾਂ ਢਾ ਦਿੱਤੀਆਂ ਤੇ ਜਿਹੜੇ ਬੁਰਜ ਆਦਿਕ ਉਹਦੇ ਉੱਤੇ ਬਣੇ ਸਨ ਉਹ ਵੀ ਤੋਪਾਂ ਦੇ ਗੋਲੇ ਮਾਰ ਕੇ ਹੇਠਾਂ ਸੁੱਟ ਦਿੱਤੇ ਹਨ। ਓੜ ਚੜਨ ਕੋ ਬਹੁ ਭਇਓ ਰਾਹੇ ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਦਾ ਰਾਹ ਖੁੱਲ ਗਿਆ ਵੀ ਅਸੀਂ ਫਟਾਫਟ ਕੰਧ ਤੋਂ ਟੱਪ ਕੇ ਤੇ ਪਾਰ ਲੰਘ ਜਾਵਾਂਗੇ। ਹੋਰ ਕੋੜੀ ਬਹੁ ਦਈ ਤਰਾਏ ਇਸ ਤਰ੍ਹਾਂ ਉਹਨਾਂ ਨੇ ਪੌੜੀਆਂ ਜਿਹੜੀਆਂ ਲਿਆ ਕੇ ਚਾਰ ਚੁਫੇਰੇ ਕੰਧਾਂ ਤੇ ਲਾ ਦਿੱਤੀਆਂ ਹਨ। ਕਰ ਪੁਛਕ ਅਸੁ ਅੰਦਰ ਵੜੇ ਇਸ ਤਰ੍ਹਾਂ ਜਦੋਂ ਬਾਹਰਲਾ ਜਿਹੜਾ ਇਲਾਕਾ ਸੀਗਾ, ਬਾਹਰਲੀ ਜਿਹੜੀ ਦੀਵਾਰ ਸੀ, ਉੱਥੇ ਪੌੜੀਆਂ ਲਾ ਕੇ ਜਦੋਂ ਤੁਰਕ ਅੰਦਰ ਵੜਨ ਲੱਗੇ ਹਨ, ਵੱਲੋਂ ਭਏ ਸਿੱਖ ਵੀ ਖੜੇ ਸਾਧ ਸੰਗਤ ਇਧਰੋਂ ਸਿੰਘ ਵੀ ਤਿਆਰ ਹੋ ਗਏ ਵੀ ਤੁਰਕ ਆ ਗਏ ਨੇ ਤੇ ਹੁਣ ਇਹਨਾਂ ਨੂੰ ਪ੍ਰਸ਼ਾਦ ਛਕਾਈਏ। ਲੋਕ ਕਹੈ ਬੰਦੇ ਪੈ ਜਾਹੋ ਕਈ ਕਹਿਣ ਲੱਗੇ ਵੀ ਆਪਾਂ ਇਸ ਤਰ੍ਹਾਂ ਕਰਦੇ ਹਾਂ ਵੀ ਇੱਕ ਵਾਰੀ ਬੰਦਾ ਸਿੰਘ ਦੇ ਪਾਸ ਜਾ ਕੇ ਬੇਨਤੀ ਕਰਦੇ ਹਾਂ। ਲੋਕ ਕਹੈ ਅਬ ਵੇਲਾ ਨਾ ਹੋ ਤੇ ਕਈ ਸਿੰਘ ਕਹਿਣ ਲੱਗੇ ਹੁਣ ਵੇਲਾ ਥੋੜਾ ਹੈ ਵੀ ਹੁਣ ਅਸੀਂ ਜਾ ਕੇ ਬੰਦੇ ਕੋਲ ਪੁਕਾਰ ਕਰੀਏ, ਇਧਰੋਂ ਤੁਰਕ ਚੜ ਕੇ ਆ ਗਏ ਨੇ ਤੇ ਹੁਣ ਅਸੀਂ ਬੇਨਤੀਆਂ ਕਰਨ ਲੱਗ ਜਾਈਏ। ਆਪ ਨੱਠ ਮਨ ਬੰਦਾ ਡਿਗ ਜਾਈਐ ਹੁਣ ਤਾਂ ਭਾਈ ਮਰਨ ਦਾ ਸਮਾਂ ਹੈ ਤੇ ਮਰਨ ਤੋਂ ਡਰ ਕੇ ਅਸੀਂ ਹੁਣ ਬੰਦੇ ਪਾਸ ਜਾ ਕੇ ਬੇਨਤੀਆਂ ਜੇ ਕਰਨ ਲੱਗ ਜਾਈਏ, ਅੱਗੇ ਦਰਗਾਹੋਂ ਠੋਰ ਨਾ ਪਾਈਐ ਅੱਗੇ ਦਰਗਾਹ ਵਿੱਚ ਥਾਂ ਨਹੀਂ ਮਿਲਣੀ। ਹੁਣ ਸਮਾਂ ਹੈ ਕਿ ਅਸੀਂ ਆਪਣੇ ਗੁਰੂ ਵਾਸਤੇ ਲੜ ਮਰੀਏ, ਆਪਣਾ ਜੀਵਨ ਸਫਲ ਕਰ ਲਈਏ। ਆਪ ਲੜ ਮਰਨੋ ਵੇਲਾ ਵਾਹੇ ਇਸ ਕਰਕੇ ਭਾਈ ਇਹ ਹੁਣ ਲੜ ਕੇ ਮਰਨ ਦਾ ਵੇਲਾ ਹੈ। ਫਰਿਆਦ ਨਾ ਵੇਲੋ ਜਾਹੇ ਇਹ ਹੁਣ ਫਰਿਆਦ ਕਰਨ ਦਾ ਵੇਲਾ ਨਹੀਂ, ਸ਼ਹਾਦਤ ਦਾ ਜਾਮ ਪੀਣ ਦਾ ਸਮਾਂ ਹੈ। ਖਾਵਿੰਦ ਪਰ ਪਰੈ ਆਭਾਰ ਜਦੋਂ ਮਾਲਕ ਦੇ ਉੱਪਰ ਕੋਈ ਭੀੜ ਪੈ ਜਾਏ, ਔਖਾ ਸਮਾਂ ਆ ਜਾਵੇ, ਕੀ ਫਰਿਆਦ ਤਬਕਾਰ ਫਿਰ ਜਿਹੜੇ ਮਰਦ ਹੁੰਦੇ ਨੇ ਨਾ, ਉਹਨਾਂ ਦਾ ਕੰਮ ਨਹੀਂ ਕਿ ਉਹ ਜਾ ਕੇ ਫਰਿਆਦਾਂ ਕਰਨ ਲੱਗ ਜਾਣ ਵੀ ਸਾਡੀ ਰੱਖਿਆ ਕਰੋ। ਮਰਦ ਫਿਰ ਜੂਝ ਕੇ ਮਰ ਜਾਂਦੇ ਆਪਣੇ ਮਾਲਕ ਵਾਸਤੇ। ਖਾਵਿੰਦ ਕੀ ਜਗ੍ਹਾ ਸੋਹਰੀਐ ਜਿਹੜਾ ਆਪਣੇ ਮਾਲਕ ਵਾਸਤੇ ਮੈਦਾਨੇ ਜੰਗ ਦੇ ਵਿੱਚ ਮਰ ਜਾਂਦਾ, ਸ਼ਹੀਦ ਹੋ ਜਾਂਦਾ ਹੈ, ਬਹੁਤ ਦਰਸ ਸੁਖ ਸਵਰਗ ਹੈ ਭਰੀਐ ਉਹ ਜਿਹੜਾ ਮਨੁੱਖ ਸਵਰਗ ਦੇ ਵਿੱਚ ਜਾ ਕੇ ਬਹੁਤੇ ਸੁੱਖਾਂ ਦੀ ਪ੍ਰਾਪਤੀ ਕਰਦਾ ਹੈ। ਆਪ ਲੜ ਮਰਨੋ ਕਾਮ ਹੈ ਫਰਿਆਦ ਕਾਮ ਅਬਨਾਹੇ ਕੁਝ ਸਿੰਘ ਕਹਿਣ ਲੱਗੇ, ਸਿੰਘੋ ਹੁਣ ਲੜ ਕੇ ਮਰਨ ਦਾ ਸਮਾਂ ਹੈ, ਲੜ ਕੇ ਮਰ ਜਾਓ, ਸ਼ਹੀਦ ਹੋ ਜਾਓ, ਇਹ ਹੁਣ ਫਰਿਆਦ ਕਰਨ ਦਾ ਸਮਾਂ ਨਹੀਂ ਹੈ। ਅਬ ਤੇ ਹੈ ਸੁਜੀਵਤੋ ਫਿਰ ਫਰਿਆਦੀ ਜਾਹੇ ਕਹਿੰਦੇ ਹਨ ਕਿ ਜੇ ਹੁਣ ਅਸੀਂ ਜਿਉਂਦੇ ਰਹਿ ਗਏ ਨਾ, ਫਿਰ ਅਸੀਂ ਫਰਿਆਦੀ ਹੋ ਕੇ ਚਲੇ ਜਾਵਾਂਗੇ, ਆਪਣੀ ਫਰਿਆਦ ਕਰ ਲਵਾਂਗੇ। ਹਿੰਮਤ ਕਰਤ ਬੈ ਬੜੇ ਸੁਲੀਨੇ ਮਾਰ ਇਸ ਪ੍ਰਕਾਰ ਜਿਹੜੇ ਤੁਰਕ ਹੁਣ ਕਿਲੇ ਦੇ ਅੰਦਰ ਵੜ ਗਏ, ਸਿੰਘਾਂ ਨੇ ਹਿੰਮਤ ਕਰਕੇ ਮਾਰ ਮੁਕਾਏ, ਸੌਦਾ ਲਾ ਦਿੱਤਾ ਉਹਨਾਂ ਦਾ। ਹੋਰ ਹੋਇਓ ਚੜੈ ਤਿਨ ਕੋ ਸੁਨੋ ਹਵਾਰ ਭਾਈ ਰਤਨ ਸਿੰਘ ਜੀ ਕਹਿੰਦੇ ਹੋਰ ਜਿਹੜੇ ਤੁਰਕ ਪੌੜੀਆਂ ਲਾ ਕੇ ਉੱਤੇ ਚੜ ਰਹੇ ਸਨ, ਹੁਣ ਉਹਨਾਂ ਦਾ ਹਵਾਲਾ ਸੁਣ ਲਵੋ। ਹੋ ਪਈ ਧਰ ਪੋੜੀ ਕੰਦਨ ਹੱਥ ਪਾਏ ਉਹਨਾਂ ਨੇ ਪੌੜੀਆਂ ਲਾ ਲਈਆਂ ਕੰਧਾਂ ਦੇ ਨਾਲ, ਉੱਪਰ ਚੜ ਕੇ ਜਦੋਂ ਹੱਥ ਪਾਇਆ ਨਾ ਅੰਦਰ ਵੜਨ ਵਾਸਤੇ, ਅੱਗੇ ਉਨ ਦੇ ਹੱਥ ਕਟਾਏ ਸਿੰਘਾਂ ਨੇ ਮਾਰ ਕੇ ਸ਼ਸਤਰ ਤੇ ਤੁਰਕਾਂ ਦੇ ਹੱਥ ਵੱਢ ਦਿੱਤੇ ਹਨ। ਗਿਰ ਗਿਰ ਘੁੰਮੈ ਪੜੇ ਜਦੋਂ ਹੱਥ ਵੱਢੇ ਤੇ ਹੁਣ ਕੰਧ ਕਾਹਦੇ ਨਾਲ ਫੜਨੀ ਸੀ ਤੇ ਪੌੜੀਆਂ ਕਾਹਦੇ ਨਾਲ ਫੜਨੀਆਂ ਸਨ। ਸਿੰਘਾਂ ਨੇ ਹੱਥ ਵੱਢ ਦਿੱਤੇ ਤੇ ਤੁਰਕ ਧੜਮ ਕਰਕੇ ਧਰਤੀ ਦੇ ਉੱਪਰ ਆ ਕੇ ਡਿੱਗਦੇ ਹਨ। ਕੀ ਸੁਨੋ ਜੋ ਬਾਹਰ ਖੜੇ ਭਾਈ ਰਤਨ ਸਿੰਘ ਕਹਿੰਦੇ ਹੁਣ ਉਹਨਾਂ ਦੀ ਸੁਣ ਲਓ ਜਿਹੜੇ ਬਾਹਰ ਖਲੋਤੇ ਸਨ। ਕਰ ਤੁਮ ਦਰਵਾਜ਼ੇ ਆਏ ਉਹਨਾਂ ਨੇ ਝੁੰਡ ਬਣਾ ਲਏ, ਗਰੋਹ ਬਣਾ ਲਏ ਤੇ ਗਰੋਹ ਬਣਾ ਕੇ ਦਰਵਾਜ਼ੇ ਦੇ ਕੋਲ ਆ ਗਏ ਹਨ। ਮੋੜ ਮੁੜੇ ਕੁਛ ਅੱਗੇ ਸੰਕਾਏ
ਅੱਗੇ ਲੋਥਾਂ ਦਾ ਢੇਰ ਲੱਗਿਆ ਸੀ ਤੇ ਸ਼ੰਕਾ ਦੇ ਵਿੱਚ ਪੈ ਗਏ ਵੀ ਇੱਥੇ ਤਾਂ ਮੌਤ ਦੇ ਮੂੰਹ ਵਿੱਚ ਪੈਣ ਵਾਲੀ ਗੱਲ ਹੈ। ਸ਼ੰਕਾ ਕਰ ਗਏ ਵੀ ਅਸੀਂ ਅੱਗੇ ਨਹੀਂ ਵਧਾਂਗੇ। ਅੱਗੇ ਜਦੋਂ ਵਧਦੇ ਨੇ ਸਿੰਘ ਜਿਹੜੇ ਦਰਵਾਜ਼ੇ 'ਚ ਖੜੇ ਸਨ ਤੇ ਬੰਦੂਕ ਦੇ ਨਾਲ ਗੋਲੀਆਂ ਬਰਖਾਉਂਦੇ ਹਨ। ਸ਼ੌਂਕਦੇ ਹੋਏ ਜਿਹੜੇ ਤੀਰ ਸਨ ਕਮਾਨ ਦੇ ਵਿੱਚੋਂ ਤੜਕ ਕਰਕੇ ਨਿਕਲਦੇ ਨੇ ਤੇ ਤੁਰਕ ਡਰਦੇ ਮਾਰੇ ਪਿਛਾਂ ਨੂੰ ਮੁੜਨ ਲੱਗ ਪਏ। ਸਾਧ ਸੰਗਤ ਜੀ ਕੁਝ ਸਿੰਘ ਜਿਹੜੇ ਸਨ ਨੰਗੀਆਂ ਸ਼ਮਸ਼ੀਰਾਂ ਫੜ ਕੇ ਖਲੋਤੇ ਹਨ। ਹੁਣ ਦੋਹਾਂ ਤਰਫ ਦੇ ਯੋਧਿਆਂ ਦੇ ਮੱਥੇ ਅੜ ਪਏ, ਭਾਵ ਇੱਕ ਪਾਸੇ ਤੁਰਕ ਤੇ ਇੱਕ ਪਾਸੇ ਸਿੰਘ ਸਨ ਤੇ ਆਪਸ ਵਿੱਚ ਭੇੜ ਹੋਣ ਲੱਗ ਪਿਆ ਹੈ। ਦੋਹਾਂ ਪਾਸਿਆਂ ਤੋਂ ਬੰਦੂਕਾਂ ਦੀਆਂ ਸ਼ਲਖਾਂ ਚੱਲ ਪਈਆਂ, ਫਾਇਰ ਹੋਣ ਲੱਗ ਪਿਆ ਹੈ। ਮੂਰੇ ਹੋ ਕੇ ਨਾ ਸਿੰਘ ਗੋਲੀਆਂ ਚਲਾਉਂਦੇ ਨੇ, ਸ਼ਸਤਰ ਦਾ ਵਾਰ ਕਰਦੇ ਨੇ, ਕੋਈ ਤੀਰ ਚਲਾਉਂਦਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਚਾਰ ਚੁਫੇਰੇ ਧੂਆਂ ਤੇ ਗਰਦ ਆਕਾਸ਼ ਨੂੰ ਚੜ ਗਿਆ। ਤੋਪ ਬੰਦੂਕਾਂ ਚਲਦੀਆਂ ਨੇ ਤੇ ਧੂਆਂ ਉੱਡਦਾ ਤੇ ਘੋੜੇ ਦੌੜਦੇ ਨੇ, ਉਹਨਾਂ ਦੇ ਪੌੜਾਂ ਦੇ ਨਾਲ ਮਿੱਟੀ ਗਰਦ ਆਕਾਸ਼ ਨੂੰ ਚੜ ਜਾਂਦੀ ਹੈ। ਉਥੇ ਹੁਣ ਆਪਣੇ ਤੇ ਪਰਾਏ ਦੀ ਸਮਝ ਨਹੀਂ ਰਹੀ, ਕਿਉਂਕਿ ਹਨੇਰਾ ਮਚ ਗਿਆ। ਚਾਰ ਚੁਫੇਰੇ ਮਿੱਟੀ ਧੂੜ ਧੂਆਂ ਇੰਨਾ ਹੋ ਗਿਆ ਕਿ ਦਿਸਣੋਂ ਬੰਦ ਹੋ ਗਿਆ ਹੈ। ਪਹਿਲਾਂ ਜਦੋਂ ਆਏ ਸਨ ਤੇ ਦੋ ਤਰਫਾਂ ਸਨ, ਇੱਕ ਪਾਸੇ ਤੁਰਕ ਤੇ ਇੱਕ ਪਾਸੇ ਸਿੰਘ ਸਨ। ਹੁਣ ਇੱਕ ਤਰਫ ਹੋ ਗਈ, ਭਾਵ ਕਿ ਆਪਸ ਵਿੱਚ ਰਲ ਗਏ ਤੇ ਪਤਾ ਨਹੀਂ ਵੀ ਕੌਣ ਸਿੰਘ ਹੈ ਤੇ ਕੌਣ ਤੁਰਕ ਹੈ। ਪਰ ਉਥੇ ਪਛਾਣ ਨਹੀਂ ਰਹੀ ਕਿਸੇ ਦੀ, ਕੌਣ ਆਪਣਾ ਤੇ ਕੌਣ ਬੇਗਾਨਾ। ਪਰ ਮਸਲਾ ਇਹ ਹੋ ਗਿਆ ਵੀ ਤੁਰਕ ਜ਼ਿਆਦੇ ਸਨ ਤੇ ਸਿੰਘ ਥੋੜੇ ਸਨ। ਤੇ ਹੁਣ ਜਿੱਥੇ ਤੁਰਕ ਆਪਸ ਵਿੱਚ ਉਥੇ ਇੱਕ ਦੂਜੇ ਨੂੰ ਮਾਰੀ ਜਾਂਦੇ ਨੇ ਤੇ ਸਿੰਘ ਗਿਣਤੀ ਦੇ ਹੋਣ ਕਰਕੇ ਉਹਨਾਂ ਦਾ ਵਿਚਾਰ ਆ। ਚਾਰ ਚਫੇਰੇ ਕਹਿੰਦੇ ਧੂਆਂ ਗਰਦ ਮਚ ਗਿਆ ਤੇ ਆਪਣਾ ਪਰਾਇਆ ਪਹਿਚਾਣਿਆ ਨਹੀਂ ਜਾਂਦਾ। ਜਿਹੜੇ ਤੁਰਕ ਪਿੱਛੇ ਸਨ ਉਹ ਅਗਲਿਆਂ ਨੂੰ ਮਾਰਨ ਲੱਗ ਪਏ ਵੀ ਕਿਤੇ ਸਿੰਘ ਆ ਗਏ ਨੇ, ਕਿਸੇ ਦੀ ਪਛਾਣ ਨਹੀਂ ਹੁੰਦੀ। ਭਰਾਵਾਂ ਨੂੰ ਭਰਾ ਮਾਰਨ ਲੱਗ ਪਏ, ਪਿਓ ਨੂੰ ਪੁੱਤਰ ਮਾਰਨ ਲੱਗ ਗਿਆ, ਪੁੱਤਰ ਪਿਓ ਨੂੰ ਮਾਰਨ ਲੱਗ ਪਿਆ, ਚਾਚਾ ਭਤੀਜੇ ਨੂੰ ਮਾਰਨ ਲੱਗ ਪਿਆ। ਇਸ ਪ੍ਰਕਾਰ ਮਚ ਗਿਓ ਯੂੰ ਕਮਸਾਨ ਦਾ ਜੰਗ ਜਿਹੜਾ ਇਸ ਤਰ੍ਹਾਂ ਗੁਰਦਾਸ ਨੰਗਲ ਦੀ ਗੜੀ 'ਚ ਮਚ ਗਿਆ ਹੈ। ਇਸ ਪ੍ਰਕਾਰ ਉਥੇ ਲੋਥਾਂ ਤੇ ਲੋਥਾਂ ਚੜ ਗਈਆਂ। ਇੱਕ ਹੋਰ ਬਚਨ ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਵੀ ਹੈ। 9 ਜੂਨ ਤੇ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿਖੇ ਬਾਦਸ਼ਾਹ ਫਰਖਸ਼ੀਅਰ ਨੇ ਸ਼ਹੀਦ ਕੀਤਾ ਤੇ 780 ਸਿੰਘ ਉਹਨੇ ਨਾਲ ਸ਼ਹੀਦ ਕੀਤੇ। ਹਰ ਰੋਜ਼ 100 ਸਿੰਘਾਂ ਦੇ ਸਿਰ ਲਾਂਦਾ ਸੀ ਬੰਦਾ ਸਿੰਘ ਬਹਾਦਰ ਦੇ ਨਾਲ ਫਰਖਸ਼ੀਅਰ ਬਾਦਸ਼ਾਹ ਸਿੰਘਾਂ ਦੇ। ਬੜਾ ਕਹਿਰ ਕੀਤਾ ਬਾਦਸ਼ਾਹ ਨੇ। ਅੱਜ ਬਾਬਾ ਜੀ ਦਾ ਨਾਲੇ ਸ਼ਹੀਦੀ ਦਿਹਾੜਾ ਵੀ ਹੈ। ਇੱਧਰ ਜਦੋਂ ਗ੍ਰਿਫਤਾਰ ਹੋਏ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਬੰਦਾ ਸਿੰਘ ਜੀ ਬਹਾਦਰ, ਬੜਾ ਕਮਸਾਨ ਦਾ ਭਿਅੰਕਰ ਜੰਗ ਉਹਨਾਂ ਨੇ ਤੁਰਕਾਂ ਦੇ ਨਾਲ ਕੀਤਾ ਹੈ। ਕਹਿੰਦੇ ਲੋਥਾਂ ਤੇ ਲੋਥਾਂ ਚੜ ਗਈਆਂ। ਇਸ ਤਰ੍ਹਾਂ ਜਾਣੋ ਕਿ ਜਿਵੇਂ ਕਿਸੇ ਨੇ ਲੋਥਾਂ ਦੀ ਕੰਧ ਬਣਾ ਦਿੱਤੀ ਹੋਵੇ। ਸਾਧ ਸੰਗਤ ਜੀ ਕਹਿੰਦੇ ਇਸ ਤਰ੍ਹਾਂ ਜਾਣੋ ਜਿਵੇਂ ਕੋਈ ਬਣੀਆਂ ਇੱਥੇ ਆ ਕੇ ਉਤਰਿਆ ਹੋਵੇ। ਉਹਨੇ ਬੋਰੀਆਂ ਤੇ ਬੋਰੀਆਂ ਰੱਖ ਦਿੱਤੀਆਂ। ਹੁਣ ਵਪਾਰ ਕਰਨ ਵਾਲਾ ਬਾਣੀਆਂ ਜਦੋਂ ਸਮਾਨ ਲੈ ਕੇ ਆਉਂਦਾ ਤੇ ਬੋਰੀਆਂ ਤੇ ਬੋਰੀਆਂ ਰੱਖ ਦਿੰਦਾ ਨਾ, ਇਸ ਪ੍ਰਕਾਰ ਇਸ ਤਰ੍ਹਾਂ ਜਾਣੋ ਵੀ ਜਿਵੇਂ ਬੋਰੀਆਂ ਤੇ ਕਿਸੇ ਨੇ ਬੋਰੀਆਂ ਰੱਖ ਦਿੱਤੀਆਂ ਹੋਣ। ਇਸ ਤਰ੍ਹਾਂ ਘੋੜਿਆਂ ਦੇ ਉੱਪਰ ਘੋੜੇ ਡਿੱਗ ਪਏ ਹਨ। ਇਸੇ ਪ੍ਰਕਾਰ ਇਦਾਂ ਜਾਣੋ ਕਿ ਜਿਵੇਂ ਵਾਢੀ ਹੁੰਦਾ ਹੈ ਨਾ, ਵਾਢੀ ਕਹਿੰਦੇ ਤਰਖਾਣ ਨੂੰ, ਜਿਵੇਂ ਤਰਖਾਣ ਲੱਕੜਹਾਰਾ ਜਾ ਕੇ ਦਰਖਤ ਵੱਢਦਾ ਹੈ ਨਾ ਤੇ ਦਰਖਤ ਡਿੱਗ ਜਾਂਦਾ ਹੈ, ਇਸ ਤਰ੍ਹਾਂ ਘੋੜਿਆਂ ਤੇ ਘੋੜੇ ਡਿੱਗੇ ਹਨ। ਕਹਿੰਦੇ ਹਨ ਮੈਦਾਨੇ ਜੰਗ ਵਿੱਚ ਤੁਰਕਾਂ ਦੇ ਸੀਸ ਇਦਾਂ ਗਿਰੇ ਹੋਏ ਹਨ। ਮੰਨ ਲਓ ਕਿ ਜਿਵੇਂ ਤਰਬੂਜ ਦਾ ਖੇਤ ਹੋਵੇ, ਚਾਰ ਚਫੇਰੇ ਤਰਬੂਜਾਂ ਵਾਂਗੂ ਤੁਰਕਾਂ ਦੇ ਸਿਰ ਖਿਲ ਰਹੇ ਹਨ। ਉਥੇ ਇੰਨੀ ਕੁ ਤੁਰਕਾਂ ਨੂੰ ਮਾਰ ਪਈ, ਸਿੰਘ ਵੀ ਸ਼ਹੀਦ ਹੋ ਗਏ, ਸਰੀਰ ਵਿੱਚੋਂ ਲਹੂ ਵਹਿ ਤੁਰਿਆ। ਜਿਵੇਂ ਖੇਤਾਂ ਵਿੱਚ ਖਾਲ ਹੁੰਦੀਆਂ ਨਾ ਤੇ ਪਾਣੀ ਵਹਿੰਦਾ, ਇਸ ਤਰ੍ਹਾਂ ਪਾਣੀ ਦੀਆਂ ਲਹੂ ਦੀਆਂ ਖਾਲਾਂ ਭਰ ਵਹਿੰਦੀਆਂ ਹਨ।
ਲਾਲ ਇਸ ਤਰ੍ਹਾਂ ਜਾਣ ਲਓ ਕਿ ਜਿਵੇਂ ਕੋਈ ਮਾਲੀ ਕਹਿੰਦੇ ਆਪਣੀ ਜ਼ਮੀਨ ਆਪਣਾ ਬਾਗ ਸਿੰਚਦਾ ਹੋਵੇ, ਇਸ ਤਰ੍ਹਾਂ ਚਾਰ ਚਫੇਰੇ ਲਹੂ ਦੀਆਂ ਧਾਰਾਂ ਵਹਿਣ ਲੱਗ ਪਈਆਂ, ਪਰਨਾਲੇ ਚੱਲ ਪਏ ਹਨ। ਤੋ ਬਿਰਤੀ ਲਾਲ ਸੋ ਲਾਗੈ ਲਹੂ ਦੇ ਨਾਲ ਸਾਰੀ ਪਿਰਥੀ ਭਾਵ ਧਰਤੀ ਲਾਲ ਰੰਗ ਦੀ ਲੱਗਣ ਲੱਗ ਪਈ ਹੈ। ਰੰਗ ਲਾਲ ਥੋ ਇਹ ਸਭ ਬਾਗੈ ਇਸ ਤਰ੍ਹਾਂ ਜਾਣੋ ਕਿਸੇ ਨੇ ਲਾਲ ਰੰਗ ਦਾ ਕਹਿੰਦੇ ਕੋਈ ਬਾਗਾ ਪਹਿਨਿਆ ਹੋਵੇ, ਬਾਗਾ ਭਾਵ ਵਸਤਰ ਚੋਲਾ ਸਰੀਰ ਤੇ ਪਹਿਨਿਆ ਹੋਵੇ ਲਾਲ ਰੰਗ ਦਾ। ਲੋਥਨ ਸੋ ਮੁੰਦ ਗਏ ਦਰਵਾਜੇ ਇਸੇ ਪ੍ਰਕਾਰ ਲੋਥਾਂ ਦੇ ਨਾਲ ਗੜੀ ਦੇ ਦਰਵਾਜ਼ੇ ਬੰਦ ਹੋ ਗਏ ਹਨ। ਤੇ ਲਾਲ ਨਏ ਜਨ ਸਾਜੇ ਇਸ ਤਰ੍ਹਾਂ ਜਾਣੋ ਜਿਵੇਂ ਕਿਸੇ ਨੇ ਲਾਲ ਰੰਗ ਦੇ ਤਖਤੇ ਉੱਥੇ ਲਾ ਦਿੱਤੇ ਹੋਣ। ਵਲ ਤੁਰਕ ਸੁਬੜਿਓ ਲੋੜਨ ਜਿਸ ਪਾਸਿਓਂ ਵੀ ਤੁਰਕ ਕਿਲੇ ਦੇ ਅੰਦਰ ਗੜੀ ਦੇ ਅੰਦਰ ਵੜਨਾ ਚਾਹੁੰਦੇ ਹਨ, ਵਲ ਸਿੱਖ ਆਏ ਹੱਥ ਮੋੜਨ ਉਸੇ ਪਾਸੇ ਸਿੰਘ ਆ ਜਾਂਦੇ, ਤੁਰਕਾਂ ਨੂੰ ਮਾਰ-ਮਾਰ ਕੇ ਢੇਰ ਲਾ ਦਿੰਦੇ ਹਨ। ਦੂਰੋਂ ਆਵੇ ਕਰ ਹੱਲਾ ਸਿੰਘ ਨੇੜੋਂ ਦੇ ਗਰਾਏ ਤੁਰਕ ਮੰਡਲੀ ਬਣ ਕੇ ਦੂਰੋਂ ਆ ਕੇ ਹਮਲਾ ਕਰਦੇ ਸਿੰਘਾਂ ਦੇ ਉੱਤੋਂ। ਦੂਰੋਂ ਆਉਂਦੇ ਨੇ ਟੋਲਾ ਬਣਾ ਕੇ ਵੀ ਇੱਕੋ ਦਮ ਜਾਵਾਂਗੇ ਤੇ ਹਮਲਾ ਕਰ ਦਿਆਂਗੇ। ਜਦੋਂ ਨੇੜੇ ਆਉਂਦੇ ਨੇ ਤੇ ਸਿੰਘ ਉਹਨਾਂ ਤੁਰਕਾਂ ਨੂੰ ਮਾਰ ਮੁਕਾਉਂਦੇ ਹਨ। ਸੁਆਗੈ ਹੋਏ ਮਰੈ ਤੁਰਕ ਮਰੈ ਪਿਛਾਹ ਜਾਏ ਸਿੰਘ ਅੱਗੇ ਹੋ ਕਰਕੇ ਸ਼ਹੀਦ ਹੋ ਜਾਂਦੇ ਨੇ। ਮਰਨਾ ਮੰਡਿਆ ਹੋਇਆ ਸੀ ਵੀ ਆਰ ਪਾਰ ਦੀ ਲੜਾਈ, ਭੁੱਖੇ ਹੋ ਕੇ ਨਹੀਂ ਮਰਨਾ, ਸ਼ਹੀਦ ਹੋ ਕੇ ਮਰ ਜਾਣਾ ਹੈ। ਤੇ ਤੁਰਕ ਜ਼ਖਮੀ ਹੋ ਕੇ ਕਈ ਤਾਂ ਉੱਥੇ ਮਾਰੇ ਜਾਂਦੇ ਤੇ ਕਈ ਪਿਛਾਂ ਨੂੰ ਭੱਜ ਜਾਂਦੇ ਹਨ। ਭਈ ਸਿੱਕਨ ਕੋ ਥੋ ਮਰਨੇ ਚਾਓ ਸਿੰਘਾਂ ਨੂੰ ਤਾਂ ਮਰਨ ਦਾ ਚਾਅ ਸੀ, ਮੋਹ ਮਰਨੇ ਕਾ ਚਾਉ ਹੈ, ਮਰੋ ਤੋ ਹਰ ਕੈ ਦੁਆਰ। ਉਹਨਾਂ ਦੇ ਮਨ ਵਿੱਚ ਤਾਂ ਚਾਉ ਸੀ ਕਿ ਅੱਜ ਸ਼ਹੀਦ ਹੋ ਜਾਣਾ ਹੈ। ਲਭਿਓ ਤਬ ਸੋ ਦਾਓ ਅੱਜ ਤਾਂ ਸਿੰਘਾਂ ਨੂੰ ਸ਼ਹੀਦ ਹੋਣ ਦਾ ਬਹਾਨਾ ਲੱਭ ਗਿਆ। ਸਿੱਕਨ ਨੇ ਵੀ ਜਾਨ ਬਿਸਾਰੀ ਸਿੰਘਾਂ ਨੇ ਆਪਣੀ ਜਿੰਦ ਭੁਲਾ ਦਿੱਤੀ ਕਿ ਅਸੀਂ ਸੰਸਾਰ ਵਿੱਚ ਇਸ ਜਿੰਦ ਨੂੰ ਰੱਖ ਕੇ ਜਿਉਣਾ ਹੈ। ਸਿੱਖ ਸ਼ਹੀਦਨ ਸਿਉ ਤਿਆਰੀ ਸਿੰਘ ਤਾਂ ਸ਼ਹੀਦੀ ਦੀ ਤਿਆਰੀ ਕਰਦੇ ਨੇ ਵੀ ਕਦੋਂ ਸਮਾਂ ਆਵੇ, ਗੋਲੀ ਤੀਰ ਵਜੇ ਤੇ ਸ਼ਹੀਦ ਹੋ ਜਾਈਏ। ਚੀਰ ਕੀ ਪੀਰ ਨ ਜਾਣੈ ਸਰੀਰ ਦੇ ਉੱਪਰ ਫੱਟ ਲੱਗਦੇ, ਤੀਰ ਲੱਗਦੇ, ਗੋਲੀਆਂ ਲੱਗਦੀਆਂ, ਤਲਵਾਰਾਂ ਲੱਗਦੀਆਂ, ਜ਼ਖਮ ਹੋ ਜਾਂਦੇ ਨੇ ਪਰ ਪੀੜ ਨਹੀਂ ਮੰਨਦੇ। ਮਾਰੈ ਸ਼ਸਤਰ ਮਰਨ ਮਨ ਮਾਰੈ ਸਾਧ ਸੰਗਤ ਮਨ ਦੇ ਵਿੱਚ ਮਰਨਾ ਮਿੱਥ ਕੇ ਸਿੰਘ ਸ਼ਸਤਰ ਚਲਾਉਂਦੇ ਹਨ। ਆਏ ਥੇ ਲੁੱਟਣ ਮਾਲ ਹੁਣ ਤੁਰਕ ਤਾਂ ਸਿੰਘਾਂ ਦਾ ਮਾਲ ਲੁੱਟਣ ਵਾਸਤੇ ਆਏ ਸਨ। ਭਇਓ ਨੈ ਕੋ ਹਵਾਲ ਅੱਜ ਇਹੋ ਜਿਹਾ ਹਵਾਲਾ, ਇਹੋ ਜਿਹਾ ਹਾਲ ਤੁਰਕਾਂ ਦਾ ਹੋ ਗਿਆ ਹੈ। ਸਿਕੂਤ ਵੱਲ ਖੜੇ ਜਿੱਧਰ ਤੁਰਕ ਜਾਂਦੇ ਨੇ ਸਿੰਘ ਉਸੇ ਪਾਸੇ ਹੀ ਚਲੇ ਜਾਂਦੇ ਹਨ। ਪੰਜਨ ਸੋ ਇੱਕ ਸਿੱਖ ਲੜੇ ਇੱਕ ਇੱਕ ਸਿੱਖ ਪੰਜਾਂ ਪੰਜਾਂ ਦਸਾਂ ਦਸਾਂ ਦਾ ਮੁਕਾਬਲਾ ਕਰਦਾ ਹੈ। ਤੱਕ ਸਿੱਖ ਕੰਧਨ ਤੇ ਪਾਵੇ ਸਿੰਘ ਕੰਧਾਂ ਤੋਂ ਟੱਪ ਟੱਪ ਕੇ ਬਾਹਰ ਜਾਂਦੇ ਨੇ ਗੜੀ ਤੋਂ। ਜਿਹੜਾ ਤੁਰਕ ਹੱਥ ਆਉਂਦਾ ਵਲੇਟੇ ਵਿੱਚ ਲੈ ਲੈਂਦੇ ਹਨ। ਕਨ ਮਾਰੇ ਪਿਛੇ ਨ ਆਵੇ ਤੁਰਕਾਂ ਨੂੰ ਮਾਰ ਕੇ ਵਾਪਸ ਨਹੀਂ ਆਉਂਦੇ, ਉੱਥੇ ਹੀ ਖਲੋ ਜਾਂਦੇ ਨੇ ਵੀ ਹੁਣ ਇਹ ਝੰਡਾ ਸਿੰਘਾਂ ਨੇ ਗੱਡ ਦਿੱਤਾ ਵੀ ਜ਼ਮੀਨ ਸਾਡੀ ਹੈ। ਉੱਥੇ ਸ਼ਹੀਦ ਹੋ ਜਾਂਦੇ ਪਰ ਪੈਰ ਨਹੀਂ ਪਿੱਛੇ ਪੁੱਟਦੇ। ਤੁਰਕ ਬਚਿਓ ਸੋ ਮੁੜ ਪਇਓ ਸਾਧ ਸੰਗਤ ਜਿਹੜਾ ਕਹਿੰਦੇ ਕੋਈ ਤੁਰਕ ਬਚ ਗਿਆ ਉਹ ਤਾਂ ਪਿਛਾਂ ਮੁੜ ਗਿਆ ਹੈ। ਐਸਾ ਜਦੋਂ ਆ ਕੁਛ ਭਇਓ ਇਸ ਪ੍ਰਕਾਰ ਉੱਥੇ ਭਿਅੰਕਰ ਕਮਸਾਨ ਦਾ ਜੰਗ ਹੋਇਆ ਹੈ। ਤੁਹਾਨੂੰ ਉੱਪਰ ਲੋਥ ਸੁਪਰੀ ਲੋਥਾਂ ਦੇ ਉੱਪਰ ਲੋਥਾਂ ਚੜ ਗਈਆਂ। ਗੌਣ ਪਰ ਜਨ ਗੌਣ ਸੁਧਰੀ ਜਿਵੇਂ ਥੈਲੀ ਹੁੰਦੀ ਹੈ ਨਾ, ਗੌਣ ਥੈਲੀ ਨੂੰ ਕਹਿੰਦੇ ਨੇ, ਜਿਹਦੇ ਵਿੱਚ ਸਮਾਨ ਪਾ ਕੇ ਤੇ ਵਪਾਰੀ ਖੱਚਰਾਂ ਤੇ ਰੱਖ ਕੇ ਲੈ ਕੇ ਜਾਂਦੇ, ਉਹ ਗੌਣ ਹੁੰਦੀ ਹੈ। ਤੇ ਜਿਵੇਂ ਗੌਣ ਦੇ ਉੱਤੇ ਗੌਣ ਰੱਖ ਦਿੰਦੇ ਨੇ ਇੱਕ ਦੇ ਉੱਤੇ ਦੂਜੀ, ਇਦਾਂ ਗੌਣ ਦੇ ਵਾਂਗੂ ਲੋਥਾਂ ਤੇ ਲੋਥਾਂ ਚੜ ਗਈਆਂ ਹਨ। ਤੁਰਕ ਨ ਲਾਗੇ ਜ਼ਖਮ ਇੱਕ ਮੁੜ ਡੇਰ ਨਠੈ ਚਾਰ ਜੇ ਇੱਕ ਤੁਰਕ ਜ਼ਖਮੀ ਹੋ ਜੇ ਤੇ ਚਾਰ ਡੇਰੇ ਨੂੰ ਭੱਜ ਜਾਂਦੇ ਨੇ। ਚਾਰ ਉਹਨੂੰ ਚੁੱਕ ਲੈਂਦੇ ਵੀ ਜ਼ਖਮੀ ਹੋ ਗਿਆ ਵੀ ਇਹਨੂੰ ਅਸੀਂ ਲੈ ਚੱਲੇ ਆ। ਉਹ ਤਾਂ ਜਾਨ ਬਚਾਉਂਦੇ ਸੀ ਆਪਣੀ, ਤੇ ਬਹਾਨੇ ਨਾਲ ਇੱਕ ਨੂੰ ਚੁੱਕ ਕੇ ਚਾਰ ਚਾਰ ਤੁਰਕ ਨੱਠ ਜਾਂਦੇ ਹਨ। ਉਹ ਚੱਕੇ ਬੰਦੇ ਕੋ ਦੋਏ ਨਿਮਹੀ ਤੁਰੈ ਹੋਏ ਨਾਰ ਕੋਈ ਉਹਨੂੰ ਚੁੱਕ ਲੈਂਦਾ, ਕੋਈ ਬੰਨ ਲੈਂਦਾ ਤੇ ਬਹਾਨੇ ਬਣਾਉਂਦੇ ਨੇ ਵੀ ਕਿਸੇ ਤਰੀਕੇ ਨਾਲ ਇੱਥੋਂ ਪਿਛਾਂ ਨੂੰ ਮੁੜ ਜਾਈਏ। ਹੋ ਪਈ ਠੱਕ ਠੱਕ ਤੁਰਕ ਪਿਛੇ ਮੁੜ ਪਏ ਜੰਗ ਕਰਕੇ ਅਖੀਰ ਥੱਕ ਕੇ ਤੁਰਕ ਪਿਛਾਂ ਨੂੰ ਮੁੜ ਪਏ ਹਨ। ਸਿੱਖਨ ਦੰਦ ਖੱਟੇ ਕਏ ਆਏ ਹੋਏ ਤੁਰਕਾਂ ਦੇ ਦੰਦ ਸਿੰਘਾਂ ਨੇ ਖੱਟੇ ਕਰ ਦਿੱਤੇ। ਤੁਰਕ ਮਨੀ ਤਬ ਹੱਦੀ ਹਾਰ ਤੁਰਕਾਂ ਨੇ ਆਪਣੀ ਅੱਧੀ ਹਾਰ ਮੰਨ ਲਈ ਹੈ। ਤੈਨ ਬਾਬੇ ਕਰੀ ਵਿਚਾਰ ਇੱਧਰ ਜਿਹੜਾ ਲਾਹੌਰ ਦਾ ਨਵਾਬ ਸੀ ਉਹਨੇ ਵਿਚਾਰ ਕੀਤੀ ਹੈ। ਆਖੇ ਲੀਜੈ ਮਰਵਾਏ ਸਿਪਾਹੇ ਆਖਦਾ ਸੀ ਕਿਉਂ ਆਪਣੇ ਸਿਪਾਹੀ ਇੱਥੇ ਮਰਵਾਈਏ, ਭੁੱਖਾ ਇਸ ਲਈ ਹਰਾਏ ਇਹਨੂੰ ਨਾ ਭੁੱਖਾ ਕਰਕੇ ਹਰਾ ਦੇਨੇ ਆ।
ਕਿਉਂਕਿ ਭੁੱਖੇ ਭਾਣੇ ਤਾਂ ਅੱਗੇ ਸਨ ਕਈ ਮਹੀਨਿਆਂ ਤੋਂ। ਕਹਿੰਦਾ ਇਦਾਂ ਲੜਾਈ ਕਰਨ ਦਾ ਕੋਈ ਫਾਇਦਾ ਨਹੀਂ, ਆਪਾਂ ਇਹਨਾਂ ਨੂੰ ਭੁੱਖੇ ਕਰਕੇ ਮਾਰਦੇ ਹਾਂ। ਇਹਨਾਂ ਦੇ ਕੋਲ ਨਾ ਤਾਂ ਬਹੁਤਾ ਅੰਨ ਹੈ ਤੇ ਨਾ ਹੀ ਛਕਣ ਵਾਸਤੇ ਜਲ ਹੈ। ਇਹਨੂੰ ਅੰਦਰ ਹੀ ਰਹਿਣ ਦਿਓ, ਹੁਣ ਕੁਝ ਸਮਾਂ ਹੋਰ ਕੱਢ ਲਓ ਤੇ ਜਦੋਂ ਭੁੱਖਾ ਹੋਵੇਗਾ ਨਾ ਆਪੇ ਹੀ ਬੋਲ ਪਵੇਗਾ। ਤੁਰਕਾਂ ਦੀਆਂ ਫੌਜਾਂ ਪਿੱਛੇ ਹਟ ਗਈਆਂ, ਹਾਰ ਗਏ ਇੱਕ ਵਾਰੀ ਮੈਦਾਨੇ ਜੰਗ ਦੇ ਵਿੱਚੋਂ। ਉਹਨਾਂ ਨੇ ਘੇਰਾ ਹੋਰ ਜ਼ਿਆਦਾ ਸਖਤ ਕਰ ਲਿਆ, ਬੜੀ ਤਕੜਾਈ ਕਰ ਲਈ ਹੈ ਤੇ ਚਾਰ ਚਫੇਰੇ ਉਹਨਾਂ ਨੇ ਨਾ ਤਲਾਅ ਪਟਾ ਦਿੱਤੇ ਗੜੀ ਦੇ, ਤਾਂ ਕਿ ਜਿਹੜੇ ਸਿੰਘ ਨੇ ਗੜੀ ਚੋਂ ਬਾਹਰ ਨਾ ਨਿਕਲਣ, ਵਿੱਚ ਪਾਣੀ ਛੱਡ ਦਿੱਤਾ। ਇਹ ਪੁਰਾਣੇ ਸਮੇਂ ਵਿੱਚ ਵਿਉਂਤਬੰਦੀ ਹੁੰਦੀ ਸੀ, ਪੁਰਾਣੇ ਸਮਿਆਂ ਵਿੱਚ ਇਦਾਂ ਹੀ ਕਰਦੇ ਸਨ। ਖਾਈਆਂ ਪੁੱਟ ਦਿੰਦੇ ਸਨ ਕਿਲੇ ਦੁਆਲੇ, ਵੀ ਜਦੋਂ ਕੋਈ ਚੜ੍ਹ ਕੇ ਆਵੇ ਤੇ ਸਿੱਧਾ ਹਮਲਾ ਨਾ ਕਰ ਸਕੇ, ਤੇ ਵਿੱਚ ਪਾਣੀ ਛੱਡ ਦੇਣਾ ਵੀ ਕੋਈ ਇਹਨੂੰ ਪਾਰ ਨਾ ਕਰ ਸਕੇ। ਤੁਰਕਾਂ ਨੇ ਵੀ ਖਾਈ ਪਟਵਾ ਦਿੱਤੀ ਚਾਰ ਚਫੇਰੇ। ਕਿਉਂਕਿ ਪਹਿਲਾਂ ਕੀ ਹੁੰਦਾ ਸੀ, ਜਦੋਂ ਇਹਨਾਂ ਨੇ ਪਹਿਲਾਂ ਘੇਰਾ ਪਾਇਆ ਸੀ ਨਾ, ਜਦੋਂ ਇਹਨਾਂ ਨੇ ਬਿਲਕੁਲ ਬੰਦ ਕਰ ਦਿੱਤੀ ਰਸਤ ਪਾਣੀ, ਉਦੋਂ ਸਿੰਘ ਨਿਕਲਦੇ ਸਨ ਰਾਤ ਬਰਾਤੇ, ਤੇ ਰਾਤ ਨੂੰ ਨਿਕਲ ਕੇ ਰਸਤ ਪਾਣੀ ਤੁਰਕਾਂ ਤੋਂ ਖੋਹ ਕੇ ਵਾਪਸ ਆ ਜਾਂਦੇ ਸਨ। ਉਦੋਂ ਤਾਂ ਸਿੰਘਾਂ ਦਾ ਚਲੋ ਮਾੜਾ ਮੋਟਾ ਗੁਜ਼ਾਰਾ ਚੱਲੀ ਜਾਂਦਾ ਸੀ। ਹੁਣ ਇਹਨਾਂ ਨੇ ਬਿਲਕੁਲ ਹੀ ਸਾਰਾ ਕੁਝ ਬੰਦ ਕਰ ਦਿੱਤਾ ਹੈ। ਸਾਧ ਸੰਗਤ ਉਦੋਂ ਕੁਝ ਸਿੰਘ ਲੈ ਕੇ ਆਉਂਦੇ ਸਨ ਤੇ ਖਾ ਲੈਂਦੇ ਸਨ, ਪਰ ਹੁਣ ਇਹੋ ਜਿਹਾ ਸਮਾਂ ਆ ਗਿਆ ਸਿੰਘਾਂ ਨੂੰ ਉਹ ਵੀ ਪ੍ਰਾਪਤ ਨਹੀਂ ਹੁੰਦਾ। ਇਸ ਪ੍ਰਕਾਰ ਕਹਿੰਦੇ ਇਹੋ ਜੀ ਦਸ਼ਾ ਸਿੰਘਾਂ ਦੀ ਹੋ ਗਈ, ਬੜਾ ਔਖਾ ਸਮਾਂ ਆ ਗਿਆ। ਹੁਣ ਤਾਂ ਕਹਿੰਦੇ ਕੜਾਕੇ ਲੱਗ ਗਏ ਸਿੰਘਾਂ ਨੂੰ, ਕੜਾਕੇ ਤੇ ਕੜਾਕੇ ਲੱਗ ਗਏ ਹਨ। ਸਾਧ ਸੰਗਤ ਜੀ ਕਹਿੰਦੇ ਜੇ ਉਹਨਾਂ ਦੇ ਕੋਲ ਕੋਈ ਰਿਜ਼ਕ ਹੋਵੇ ਤੇ ਆਪਣੇ ਢਿੱਡ ਵਿੱਚ ਪਾਣ, ਪਰ ਉਹਨਾਂ ਦੇ ਪਾਸ ਕੁਝ ਹੈ ਨਹੀਂ ਸੀ ਤੇ ਅੰਨ ਕਿਵੇਂ ਖਾਂਦੇ। ਭਾਈ ਰਤਨ ਸਿੰਘ ਜੀ ਕਹਿੰਦੇ ਆਪਾਂ ਇੱਕ ਸ਼ੇਰ ਜਾਂ ਪਾਈਆ ਦੀ ਕੀ ਗੱਲ ਕਰੀਏ। ਕਹਿੰਦੇ ਸਿੰਘਾਂ ਦੇ ਕੋਲ ਤਾਂ ਇੱਕ ਮਾਸਾ ਵੀ ਅੰਨ ਨਹੀਂ ਸੀ ਰਹਿ ਗਿਆ ਅੰਦਰ, ਇੱਕ ਮਾਸਾ ਵੀ ਉਹਨਾਂ ਕੋਲ ਭੋਜਨ ਨਹੀਂ ਸੀ ਰਹਿ ਗਿਆ। ਇਸ ਚੀਜ਼ ਨੂੰ ਥੋੜਾ ਆਪਣੇ ਅੰਦਰ ਸਮਝੀਏ ਵੀ ਕਿਹੋ ਜਿਹਾ ਸਮਾਂ ਸੀ। ਤਾਂ ਹੀ ਦਾਸ ਨੇ ਇੱਕ ਦਿਨ ਪਹਿਲਾਂ ਇਹ ਬੇਨਤੀ ਕੀਤੀ ਸੀ ਵੀ ਬੰਦਾ ਸਿੰਘ ਬਹਾਦਰ ਭਾਵੇਂ ਉਹਨਾਂ ਸੰਕਲਪ ਕੀਤਾ, ਹੰਕਾਰ ਕੀਤਾ ਮੈਂ ਗੁਰੂ ਵੀ ਬਣ ਜਾਵਾਂ, ਸਿੰਘਾਂ ਦੇ ਨਾਲ ਵੀ ਉਹਨਾਂ ਦਾ ਮਤਭੇਦ ਹੋਇਆ, ਪਰ ਅਸੀਂ ਉਹ ਚੀਜ਼ ਨਾ ਵੇਖੀਏ। ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਵੀ ਵੇਖੀਏ ਵੀ ਉਹਨਾਂ ਦੀ ਕੁਰਬਾਨੀ ਕਿੱਡੀ ਵੱਡੀ ਸੀ ਸਿੰਘਾਂ ਦੀ। ਅਸੀਂ ਇੱਕ ਪੱਖ ਲੈ ਕੇ ਭੰਡਣਾ ਸ਼ੁਰੂ ਕਰ ਦਿੰਦੇ ਹਾਂ, ਦੂਜਾ ਪੱਖ ਨਹੀਂ ਵੇਖਦੇ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੋ ਹਾਲਾਤ ਉਹਨਾਂ ਦੇ ਹੋ ਗਏ ਸਨ, ਹੁਣ ਸੁਣਿਓ ਭਾਈ ਰਤਨ ਸਿੰਘ ਕੀ ਲਿਖਦੇ ਨੇ। ਭਾਈ ਸਾਹਿਬ ਜੀ ਕਹਿੰਦੇ ਪੱਤ ਛਿੱਲ ਜੜ ਨਹਿ ਲੱਭੈ, ਦਰਖਤਾਂ ਦੇ ਪੱਤੇ, ਦਰਖਤਾਂ ਦੀਆਂ ਛਿੱਲਾਂ ਤੇ ਦਰਖਤਾਂ ਦੀ ਜੜ ਵੀ ਨਹੀਂ ਸੀ ਲੱਭਦੀ। ਸਿੰਘਾਂ ਨੇ ਪੱਤੇ ਖਾ ਕੇ ਗੁਜ਼ਾਰਾ ਕੀਤਾ, ਦਰਖਤਾਂ ਦੀਆਂ ਜੜਾਂ ਪੱਟੀਆਂ, ਦਰਖਤਾਂ ਦੀਆਂ ਛਿੱਲਾਂ ਖਾਧੀਆਂ, ਤੇ ਕਹਿੰਦੇ ਉਹ ਵੀ ਖਤਮ ਹੋ ਗਈਆਂ ਸਨ, ਉਹ ਵੀ ਉਹਨਾਂ ਨੂੰ ਲੱਭਿਆ ਕਹਿੰਦੇ ਅੰਦਰੋਂ ਪ੍ਰਾਪਤ ਨਹੀਂ ਸੀ ਹੁੰਦੀਆਂ। ਘਾਸ ਪੀ ਨਜ਼ਰ ਨਾ ਪਾਏ, ਘਾਹ ਵੀ ਖਾ ਗਏ ਸਿੰਘ। ਤੇ ਹੁਣ ਇਹੋ ਜਿਹਾ ਸਮਾਂ ਆਇਆ ਕਿ ਖਾਣ ਵਾਸਤੇ ਘਾਹ ਵੀ ਸਿੰਘਾਂ ਨੂੰ ਨਹੀਂ ਮਿਲਦਾ। ਸਿੰਘਾਂ ਨੂੰ ਖਾਣ ਵਾਸਤੇ ਕੋਈ ਵਸਤੂ ਨਹੀਂ ਲੱਭਦੀ। ਕਿਹੋ ਜਿਹਾ ਸਮਾਂ, ਮਿੱਟੀ ਖਾ ਕੇ ਵੀ ਗੁਜ਼ਾਰਾ ਕਰਨਾ ਪਿਆ ਸਿੰਘਾਂ ਨੂੰ। ਅਸੀਂ ਰੌਲਾ ਤਾਂ ਪਾ ਲੈਂਦੇ ਹਾਂ ਗੱਲੀ ਕੱਲੀ ਛੋਟੀ ਛੋਟੀ ਗੱਲ ਦੇ ਉੱਤੇ। ਉਹ ਕਦੀ ਉਹਨਾਂ ਦਾ ਇਤਿਹਾਸ ਪੜ੍ਹ ਕੇ ਵੇਖਿਆ ਸਿੰਘਾਂ ਦਾ, ਕਦੀ ਜਾਣ ਕੇ ਵੇਖਿਆ ਕਿਹੋ ਜਿਹਾ ਸਮਾਂ ਕੱਢਿਆ ਸਿੰਘਾਂ ਨੇ। ਚਾਹੇ ਉਹ ਚਮਕੌਰ ਦੀ ਗੜੀ ਸੀ, ਚਾਹੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਸੀ। ਲਿਖਦਾ ਕਹਿਤਾ ਦਿੰਦੇ ਆ ਵੀ ਬਦਾਵਿਆ ਲਿਖ ਕੇ ਦੇ ਗਏ, ਬਦਾਵੇ ਤੇ ਜ਼ੋਰ ਜ਼ਿਆਦਾ ਲਾ ਦਿੰਦੇ ਆ, ਪਰ ਭਾਈ ਮਾਨ ਸਿੰਘ ਨੇ ਬਦਾਵਾ ਪੜਵਾਇਆ, ਉਹ 'ਤੇ ਜ਼ੋਰ ਥੋੜਾ ਘੱਟ ਲੱਗਦਾ ਸਾਡਾ। ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ ਦੇ ਸਾਥੀ ਮਿੱਟੀ ਖਾ ਕੇ ਵੀ ਕਹਿੰਦੇ ਗੁਜ਼ਾਰਾ ਕੀਤਾ ਉਹਨਾਂ ਸਿੰਘਾਂ ਨੇ। ਇੱਕ ਦਿਨ ਇਹੋ ਜਿਹੇ ਹਾਲਾਤ ਬਣ ਗਏ ਕਿ ਨਾਲ ਦੇ ਜਿਹੜੇ ਸਿੱਖ ਸਨ ਬੰਦਾ ਸਿੰਘ ਬਹਾਦਰ ਦੇ ਪਾਸ ਗਏ ਹਨ। ਜਿਹੜਾ ਚੁਬਾਰਾ ਬਣਿਆ ਸੀ ਜਿੱਥੇ ਬਾਬਾ ਜੀ ਬੈਠੇ ਸਨ, ਉੱਥੇ ਜਾ ਕੇ ਉਹਨਾਂ ਨੇ ਕੋਲ ਪੁਕਾਰਾਂ ਕੀਤੀਆਂ ਹਨ। ਆਖਣ ਲੱਗੇ ਬਾਬਾ ਜੀ ਤੁਸੀਂ ਜਾਣੀ ਜਾਣ ਹੋ, ਸਾਰੇ ਹਾਲਾਤ ਜਾਣਦੇ ਹੋ, ਇਹ ਸਾਰਾ ਇਹ ਜਿਹੜਾ ਭਾਣਾ ਹੈ ਤੁਸੀਂ ਆਪ ਵਰਤਾਇਆ ਹੈ।
ਇੱਕ ਵਾਰੀ ਬਾਹਰ ਆ ਕੇ ਸਾਡਾ ਹਾਲ ਤਾਂ ਵੇਖੋ ਕਿ ਸਾਡੇ ਨਾਲ ਇੱਥੇ ਕੀ ਭਾਣਾ ਵਰਤਦਾ ਹੈ। ਅੰਬਰ ਪਾਇ ਭੁਖ ਬੜ ਜਵਾਲ। ਇਸ ਥਾਂ ਤੇ ਜਿਹੜੀ ਭੁੱਖ ਹੈ ਨਾ ਉਹਨੇ ਕਹਿਰ ਮਚਾਇਆ ਹੋਇਆ ਸਾਡੇ ਉੱਪਰ। ਆਪ ਉੱਡ ਚੱਲ ਤੂੰ ਹੋਰੇ ਠੋਰ। ਸਾਡੀ ਤਾਂ ਇਹ ਬੇਨਤੀ ਹੈ ਕਿ ਤੁਸੀਂ ਇੱਥੋਂ ਚਲੇ ਜਾਓ, ਕਿਤੇ ਉੱਡ ਕੇ ਨਾ ਇਸ ਜਗ੍ਹਾ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਚਲੇ ਜਾਵੋ। ਰਹਿ ਤੋ ਲੈਵੇ ਟੋਲ। ਜੇ ਅਸੀਂ ਜਿਉਂਦੇ ਰਹਿ ਗਏ ਤੇ ਤੁਹਾਨੂੰ ਲੱਭ ਲਵਾਂਗੇ, ਜੇ ਸ਼ਹੀਦ ਹੋ ਗਏ ਜਾਂ ਭੁੱਖ ਦੇ ਨਾਲ ਮਰ ਗਏ ਤੇ ਫਿਰ ਅੱਗੇ ਦਰਗਾਹ ਦੇ ਵਿੱਚ ਮੇਲ ਹੋਵੇਗਾ। ਬੰਦੇ ਉੱਤਰ ਦਿਓ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਇਹ ਗੱਲਾਂ ਸੁਣੀਆਂ ਤੇ ਜਵਾਬ ਦਿੰਦੇ ਹਨ। ਹਮਕੋ ਤੁਮ ਚਾਹੇ ਉਡਿਓ। ਆਖਣ ਲੱਗੇ ਸਿੰਘੋ ਹੁਣ ਮੈਨੂੰ ਚਾਹੁੰਦੇ ਹੋ ਵੀ ਮੈਂ ਉੱਡ ਜਾਵਾਂ, ਹੁਣ ਮੈਨੂੰ ਉਡਾਣਾ ਚਾਹੁੰਦੇ ਹੋ ਨਾ ਇੱਥੋਂ ਵੀ ਮੈਂ ਇੱਥੋਂ ਚਲਾ ਜਾਵਾਂ। ਹਮ ਕਰਾਵੋ ਬਚਨੋ ਹਾਰ। ਪਹਿਲਾਂ ਤਾਂ ਬਚਨ ਕਰਾ ਲਿਆ ਵੀ ਬੰਦਾ ਬਹਾਦਰ ਕਿਤੇ ਉੱਡ ਕੇ ਨਾ ਚਲਾ ਜਾਏ। ਮੈਂ ਬਚਨ ਕੀਤਾ ਨਾ ਤੁਹਾਡੇ ਨਾਲ ਮੈਂ ਕਿਤੇ ਨਹੀਂ ਜਾਵਾਂਗਾ। ਹੁਣ ਜਿਹੜਾ ਬਚਨ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਮੇਰੇ ਕੀਤੇ ਹੋਏ ਬਚਨ ਤੇ ਹੀ ਮੈਨੂੰ ਹਰਾਣਾ ਚਾਹੁੰਦੇ ਹੋ। ਜ਼ਿੰਦਗੀ ਕਿਤ ਸੰਸਾਰ। ਤੁਸੀਂ ਕੀ ਚਾਹੁੰਦੇ ਹੋ ਵੀ ਸੰਸਾਰ ਦੇ ਵਿੱਚ 4 ਦਿਨ ਦੀ ਜ਼ਿੰਦਗੀ ਖਾਤਰ ਮੈਂ ਤੁਹਾਡੇ ਨਾਲ ਕੀਤਾ ਵਾਅਦਾ ਤੋੜ ਦਿਆਂ? ਨਹੀਂ, ਇਹ ਨਹੀਂ ਹੋ ਸਕਦਾ। ਮਨੈ ਤੁਮੈ ਕਰਵਾਇਓ। ਤੁਸੀਂ ਆਪ ਤਾਂ ਮਨਾ ਕੀਤਾ ਸੀ, ਤੁਹਾਨੂੰ ਡਰ ਸੀ ਬੰਦਾ ਬਹਾਦਰ ਉੱਡ ਗਿਆ ਤੇ ਸਾਡਾ ਕੀ ਬਣੇਗਾ। ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਕਿਤੇ ਨਹੀਂ ਜਾਵਾਂਗਾ। ਹਮਕੋ ਤੁਮ ਚਾਹਤ ਝੁਟਾਇਓ। ਹੁਣ ਤੁਸੀਂ ਆਪ ਹੀ ਮੈਨੂੰ ਝੂਠਾ ਪਾਣਾ ਚਾਹੁੰਦੇ ਹੋ, ਆਪੇ ਮਨਾ ਲਿਆ ਤੇ ਆਪੇ ਹੀ ਹੁਣ ਝੂਠਾ ਪਾ ਰਹੇ ਹੋ। ਸਾਧ ਸੱਚੀ ਅਰ ਸੂਰਮਾ ਗਿਆਨੀਓ ਗਜ ਦੰਤ। ਇਸੇ ਪ੍ਰਕਾਰ ਕਹਿੰਦੇ ਨੇ ਸਾਧੂ, ਫਿਰ ਸਤੀ, ਸੂਰਮਾ, ਗਿਆਨੀ ਤੇ ਗਜ ਦੰਤ। ਗਜ ਦੰਤ ਹਾਥੀ ਦਾ ਦੰਦ, ਜਿਹੜਾ ਹਾਥੀ ਦਾ ਦੰਦ ਨਿਕਲ ਜੇ ਮੁੜ ਕੇ ਨਹੀਂ ਲੱਗਦਾ। ਸੂਰਮਾ ਮੈਦਾਨੇ ਜੰਗ 'ਚ ਗਿਆ ਮੁੜ ਕੇ ਨਹੀਂ ਆਉਂਦਾ। ਸਾਧੂ ਦਾ ਬੋਲਿਆ ਬਚਨ ਅਟਲ ਹੁੰਦਾ, ਕਦੇ ਵਾਪਸ ਨਹੀਂ ਮੁੜਦਾ। ਗਿਆਨੀ ਜਿਹੜਾ ਜਦੋਂ ਕੋਈ ਗਿਆਨ ਸੁਣਾਦਾ ਹੈ ਤੇ ਉਹ ਵਾਪਸ ਨਹੀਂ ਜਾਂਦਾ। ਤੇ ਫਿਰ ਉਸ ਤੋਂ ਬਾਅਦ ਸਤੀ, ਇਸਤਰੀ ਜਿਹੜੀ ਸਤੀ ਜਦੋਂ ਸਤੀ ਹੋਣ ਜਾਂਦੀ ਹੈ ਤੇ ਫਿਰ ਮੁੜਦੀ ਵਾਪਸ ਨਹੀਂ, ਫਿਰ ਉਹ ਭਾਂਡਿਆਂ ਦਾ ਖਿਆਲ ਨਹੀਂ ਕਰਦੀ। ਸਤੀ ਕੇ ਸੰਚ ਹੈ ਭਾਂਡੇ। ਕਬੀਰ ਸਾਹਿਬ ਕਹਿੰਦੇ ਵੀ ਹੁਣ ਤਾਂ ਸਤੀ ਜਾ ਰਹੀ ਸਤੀ ਹੋਣ ਵਾਸਤੇ ਤੇ ਉਹਨੂੰ ਫਿਕਰ ਪੈ ਜਾਵੇ ਵੀ ਭਾਂਡੇ ਇਕੱਠੇ ਕਰਨੇ ਨੇ, ਫਿਰ ਕਾਹਦੀ ਸਤੀ ਹੋਈ। ਉਹ ਫਿਰ ਪਿਛਾਂ ਦੇ ਬਾਰੇ ਨਹੀਂ ਸੋਚਦੀ, ਫਿਰ ਅਗਾਂਹ ਹੀ ਤੁਰਦੀ ਹੈ। ਇਨ ਬਿਨ ਇਸੇ ਪ੍ਰਕਾਰ ਜੈਸੇ ਸਾਧੂ ਦਾ ਬੋਲ ਸਤੀ ਦਾ ਚਿਖਾ ਵਿੱਚ ਸਤੀ ਹੋ ਜਾਣਾ। ਮੈਦਾਨੇ ਜੰਗ 'ਚ ਗਿਆ ਸੂਰਮਾ, ਗਿਆਨੀ ਦਾ ਬੋਲਿਆ ਬਚਨ ਤੇ ਗਜ ਦੰਤ ਕਦੇ ਵਾਪਸ ਨਹੀਂ ਜਾਂਦੇ। ਤੇ ਜਿਹੜਾ ਬਚਨ ਮੈਂ ਕੀਤਾ ਤੁਹਾਡੇ ਨਾਲ ਉਹ ਵੀ ਕਦੇ ਹੁਣ ਮੁੜ ਨਹੀਂ ਸਕਦਾ। ਕਹਿੰਦੇ ਹਨ ਕਿ ਜੇਕਰ ਅਨੰਤ ਯੁੱਗ ਵੀ ਬਤੀਤ ਹੋ ਜਾਣ ਇਹ ਚੀਜ਼ਾਂ ਕਦੇ ਵਾਪਸ ਨਹੀਂ ਮੁੜਦੀਆਂ ਤੇ ਬੋਲਿਆ ਹੋਇਆ ਬਚਨ ਕਦੇ ਵਾਪਸ ਨਹੀਂ ਮੁੜਦਾ। ਬਚਨਾਂ ਦੀ ਖਾਤਰ ਕਹਿੰਦੇ ਸੱਪ ਕੁੰਡ ਦੇ ਵਿੱਚ ਆ ਗਏ ਹਨ। ਹੁਣ ਸੱਪ ਕੁੰਡ ਦੇ ਵਿੱਚ ਕਿਵੇਂ ਆਏ? ਜੱਗ ਹੁੰਦੇ ਨੇ ਅਸਵ ਮੇਧ ਜੱਗ, ਮੇਧ ਮਿੱਝ ਉਹਦੀ ਪਾਉਂਦੇ ਨੇ ਅਸਵ ਘੋੜੇ ਦੀ। ਗਜ ਮੇਧ ਜੱਗ, ਗਜ ਮੇਧ ਜਿਹੜਾ ਜੱਗ ਹਾਥੀਆਂ ਦੀ ਮਿੱਝ। ਇਸੇ ਪ੍ਰਕਾਰ ਨ੍ਰਿਪਮੇਧ ਜੱਗ, ਇੱਕ ਜੱਗ ਹੋਣ ਲੱਗਾ ਸੀ ਨ੍ਰਿਪਮੇਧ, ਜਿਹਦਾ ਜ਼ਿਕਰ ਮਹਾਰਾਜ ਨੇ ਦਸਮ ਦੀ ਬਾਣੀ ਵਿੱਚ ਵੀ ਕੀਤਾ, ਕਥਾ ਲਿਖੀ ਉੱਥੇ। ਰਾਜਿਆਂ ਨੂੰ ਮਾਰ ਕੇ ਇਸੇ ਪ੍ਰਕਾਰ ਮੇਧ ਮਿੱਝ ਪਾ ਕੇ ਉਹਨਾਂ ਦਾ ਜੱਗ ਕਰਨਾ, ਨ੍ਰਿਪਮੇਧ ਜੱਗ। ਇਸੇ ਪ੍ਰਕਾਰ ਇੱਕ ਹੁੰਦਾ ਸਰਪਮੇਧ ਜੱਗ, ਮੰਤਰ ਪੜ੍ਹੇ ਜਾਂਦੇ ਨੇ, ਸੱਪ ਆ ਕੇ ਨਾ ਹਵਨ ਕੁੰਡ ਵਿੱਚ ਪੈ ਕੇ ਸੜਦੇ ਨੇ, ਉਹ ਹੁੰਦਾ ਸਰਪਮੇਧ ਜੱਗ। ਇਹ ਕਥਾ ਇਸ ਤਰ੍ਹਾਂ ਹੁੰਦੀ ਹੈ, ਰਾਜਾ ਜਨਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਪਿਆ। ਕਿਉਂਕਿ ਭਾਈ ਸਾਹਿਬ ਨੇ 3-4 ਐਗਜ਼ਾਮਪਲਾਂ ਦਿੱਤੀਆਂ ਨੇ ਤੇ ਉਹਨਾਂ ਨੇ ਕੇਵਲ ਟੂਕ ਮਾਤਰ ਉਦਾਹਰਣ ਦਿੱਤੀ। ਮੈਂ ਥੋੜ੍ਹੇ ਜਿਹੇ ਪ੍ਰਸੰਗ ਖੋਲ੍ਹ ਕੇ ਸੁਣਾ ਦਿਆਂ, ਬਾਣੀ ਵਿੱਚ ਵੀ ਇਹਨਾਂ ਦੀਆਂ ਉਦਾਹਰਣਾਂ ਆਉਂਦੀਆਂ ਨੇ, ਤਾਂ ਕਰਕੇ ਪ੍ਰਸੰਗ ਸੁਣਾਉਣੇ ਜ਼ਰੂਰੀ ਨੇ, ਗਿਆਨ 'ਚ ਵਾਧਾ ਹੁੰਦਾ ਹੈ, ਸਮਝ ਪੈਂਦੀ ਆ। ਰਾਜਾ ਜਨਮੇਜਾ, ਉਹਦਾ ਪਿਤਾ ਸੀ ਰਾਜਾ ਪ੍ਰੀਸ਼ਤ। ਰਾਜਾ ਪ੍ਰੀਸ਼ਤ ਸ਼ਿਕਾਰ ਖੇਡਣ ਵਾਸਤੇ ਗਿਆ। ਇੱਕ ਰਿਸ਼ੀ ਬੰਦਗੀ ਕਰਦਾ ਸੀ, ਰਾਜੇ ਨੇ ਉਹਨੂੰ ਨਮਸਕਾਰ ਕੀਤੀ, ਬੁਲਾਇਆ, ਉਹ ਬੋਲਿਆ ਨਹੀਂ ਤੇ ਕੋਲ ਮਰਿਆ ਸੱਪ ਸੀ ਨਾ, ਉਹਨੇ ਕਮਾਨ ਦੇ ਨਾਲ ਚੁੱਕ ਕੇ ਨਾ ਉਹਦੇ ਗਲ 'ਚ ਪਾ ਦਿੱਤਾ, ਆਪ ਆ ਗਿਆ। ਉਹ ਰਿਸ਼ੀ ਦਾ ਜਿਹੜਾ ਪੁੱਤਰ ਸੀ ਨਾ, ਜਦੋਂ ਆਇਆ ਉਹਨੇ ਵੇਖਿਆ ਤੇ ਗੁੱਸੇ ਨਾਲ ਭਰ ਗਿਆ,
ਉਹਨੇ ਸ਼ਰਾਪ ਦਿੱਤਾ ਵੀ ਜਿਹਨੇ ਵੀ ਇਹ ਕੰਮ ਕੀਤਾ ਨੂੰ ਤੱਛਕ ਨਾਗ ਦੱਸੇਗਾ ਉਹਦੀ ਮੌਤ ਹੋਏਗੀ। ਜਦੋਂ ਉਸ ਰਿਸ਼ੀ ਨੂੰ ਪਤਾ ਲੱਗਿਆ, ਉਹ ਪੁੱਤਰ ਨੂੰ ਕਹਿਣ ਲੱਗਾ ਕੀ ਕੀਤਾ, ਵੀ ਉਹ ਤਾਂ ਬੜਾ ਧਰਮਾਤਮਾ ਰਾਜਾ ਹੈ, ਰਾਜਾ ਪ੍ਰੀਸ਼ਤ ਉਹਨੂੰ ਸ਼ਰਾਪ ਦੇ ਦਿੱਤਾ ਹੈ। ਰਿਸ਼ੀ ਨੇ ਆਪ ਆ ਕੇ ਕਿਹਾ ਵੀ ਤੇਰੀ ਮੌਤ ਆ ਜਾਣੀ, ਅੱਜ ਤੋਂ 7 ਦਿਨਾਂ ਬਾਅਦ ਤੈਨੂੰ ਸੱਪ ਨੇ ਡੰਗਣਾ, ਤੂੰ ਮਰ ਜਾਣਾ। ਰਾਜੇ ਪ੍ਰੀਸ਼ਤ ਨੇ ਕੀ ਕੀਤਾ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸੈ। ਸੰਸਕ੍ਰਿਤੀ ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਨੇ ਕਿ ਉਹ ਬਲਕਾਰੀ ਸੀ ਰਾਜਾ, ਉਹਨੇ ਬੜਾ ਯਤਨ ਕੀਤਾ ਵੀ ਮੌਤ ਨਾ ਆਵੇ। ਉਹਨੇ ਕੀ ਕੀਤਾ, ਗੰਗਾ ਦੇ ਵਿੱਚ ਸ਼ੀਸ਼ ਮਹਿਲ ਬਣਾ ਲਿਆ। ਵੇਦ ਵਿਆਸ ਜੀ ਪਾਸੋਂ ਕਥਾ ਸੁਣਨੀ ਸ਼ੁਰੂ ਕਰ ਦਿੱਤੀ, ਹਰ ਇੱਕ ਚੀਜ਼ ਬੰਦ ਕਰ ਦਿੱਤੀ, ਕੋਈ ਬਾਹਰ ਦੀ ਚੀਜ਼ ਅੰਦਰ ਨਾ ਆਏ। ਸਾਧ ਸੰਗਤ ਜੀ, ਤੱਛਕ ਨਾਗ ਤੁਰਿਆ। ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਮੁਖ ਤੋਂ ਇੱਕ ਕਥਾ ਸੁਣੀ ਸੀ। ਤੱਛਕ ਨਾਗ ਤੁਰ ਪਿਆ ਤੇ ਇਧਰੋਂ ਧਨੰਤਰ ਵੈਦ ਨੂੰ ਪਤਾ ਲੱਗ ਗਿਆ। ਦੇਵਤੇ ਦੈਂਤਾ ਨੇ ਜਦੋਂ ਖੀਰ ਸਮੁੰਦਰ ਰਿੜਕਿਆ ਸੀ, ਧਨੰਤਰ ਵੈਦ ਪੈਦਾ ਹੋਇਆ ਸੀਗਾ। ਧਨੰਤਰ ਵੈਦ ਵੀ ਤੁਰ ਪਿਆ ਵੀ ਜਦੋਂ ਤੱਛਕ ਉਹਨੂੰ ਡੰਗੇਗਾ ਤੇ ਮੈਨੂੰ ਜਿਉਂਦਾ ਕਰ ਦੇਗਾ। ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਸੀ, ਉਹ ਦ੍ਰਿਸ਼ਟੀ ਨਾਲ ਹੀ ਜਿਉਂਦਾ ਕਰ ਦਿੰਦਾ ਸੀ। ਤੇ ਤੱਛਕ ਦਾ ਮੇਲ ਹੋ ਗਿਆ ਰਾਹ ਵਿੱਚ, ਤੇ ਕਹਿੰਦੇ ਪੁੱਛਣ ਲੱਗਾ ਧਨੰਤਰ ਵੀ ਤੂੰ ਕੌਣ ਹੈ? ਕਹਿੰਦਾ ਜੀ ਮੈਂ ਤੱਛਕ। ਕਿੱਥੇ ਚੱਲਿਆ? ਰਾਜੇ ਪ੍ਰੀਸ਼ਤ ਨੂੰ ਦੱਸਣ ਚੱਲਿਆ। ਉਹ ਕਹਿੰਦੇ ਵੀ ਤੂੰ ਕੌਣ? ਕਹਿੰਦਾ ਜੀ ਮੈਂ ਧਨੰਤਰ, ਤੱਛਕ ਨੇ ਉਹਨੂੰ ਡੰਗਣਾ ਤੇ ਮੈਂ ਉਹਨੂੰ ਜਿਉਂਦਾ ਕਰਨ ਚੱਲਿਆ। ਉਹ ਕਹਿੰਦੇ ਨੇ ਵੀ ਆਪਾਂ ਜਾਣਾ ਵੀ ਇੱਕੋ ਜਗ੍ਹਾ ਤੇ ਕੰਮ ਵੀ ਇੱਕ ਕਰਨਾ, ਤੇ ਕਿਉਂ ਨਾ ਆਪਾਂ ਇੱਕ ਦੂਜੇ ਦੀ ਸ਼ਕਤੀ ਪਰਖ ਲਈਏ। ਤੱਛਕ ਨੇ ਮਾਰੀ ਫੂਕ, ਦਰਖਤ ਸੀ ਸਾੜ ਕੇ ਸੁਆਹ ਕਰ ਦਿੱਤਾ। ਇੰਨਾ ਭਿਅੰਕਰ ਜ਼ਹਿਰ ਸੀ ਉਹਦੇ ਅੰਦਰ। ਧਨੰਤਰ ਨੇ ਨਿਗਾਹ ਪਾਈ ਤੇ ਸਾਬਤ ਕਰ ਦਿੱਤਾ। ਤੱਛਕ ਸੋਚਦਾ ਵੀ ਇਉਂ ਗੱਲ ਨਹੀਂ ਬਣਨੀ। ਦੋਨੇ ਜਾਣਿਆਂ ਨੇ ਆਪਣਾ ਰਾਹ ਬਦਲਿਆ ਤੇ ਤੁਰ ਪਏ, ਤੇ ਉਹ ਖੂੰਡੀ ਬਣ ਕੇ ਨਾ ਰਾਹ 'ਚ ਪੈ ਗਿਆ। ਤੇ ਮਹਾਂਪੁਰਖ ਸੁਣਾਉਂਦੇ ਨੇ ਵੀ ਕਹਿੰਦੇ ਜਾਂਦਿਆਂ ਜਾਂਦਿਆਂ ਧਨੰਤਰ ਨੂੰ ਉਹਨੇ ਖੂੰਡੀ ਚੁੱਕ ਲਈ, ਜਿਵੇਂ ਕੋਈ ਚੀਜ਼ ਪਈ ਹੁੰਦੀ ਬੰਦਾ ਚੁੱਕ ਲੈਂਦਾ ਵੀ ਚਲੋ ਕੀਮਤੀ ਚੀਜ਼ ਹੈ। ਖੂੰਡੀ ਚੁੱਕ ਲਈ ਤੇ ਉਹਦੇ ਕਿਤੇ ਖੁਰਕ ਹੋਣ ਲੱਗੀ ਨਾ ਪਿੱਠ ਤੇ ਲੱਕ ਤੇ ਉਹ ਖੂੰਡੀ ਨਾਲ ਜਦੋਂ ਲੱਗਾ ਖੁਰਕਣ ਤੇ ਤੱਛਕ ਨੇ ਮਾਰਿਆ ਡੰਗ ਤੇ ਧਨੰਤਰ ਮੁਕਾ ਦਿੱਤਾ। ਕਿਉਂ ਉਹਨੇ ਮਾਰਿਆ ਪਿੱਠ ਤੇ ਡੰਗ? ਕਿਉਂ ਉੱਥੇ ਧਨੰਤਰ ਦੀ ਨਿਗਾਹ ਨਹੀਂ ਸੀ ਪੈਂਦੀ। ਜੇ ਉਹ ਧਨੰਤਰ ਨੂੰ ਸਾਹਮਣੇ ਡੰਗਦਾ ਤੇ ਉਹਦੀ ਨਿਗਾਹ ਪੈ ਜਾਣੀ ਸੀ, ਪਰ ਉਹਨੇ ਪਿੱਠ ਤੇ ਉਹਦੇ ਜਾ ਕੇ ਡੰਗ ਮਾਰਿਆ। ਧਨੰਤਰ ਮਰ ਗਿਆ। ਤੱਛਕ ਨਾਗ ਉੱਥੇ ਗਿਆ। ਉੱਥੇ ਤਾਂ ਹੁਣ ਸੇਵੰਤ ਸੂਰਾ ਚਤੁਰ ਦਿਸੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ 4 ਚਫੇਰੇ ਸੂਰਮੇ ਸਨ। ਉੱਥੇ ਕੋਈ ਪ੍ਰਵੇਸ਼ ਨਹੀਂ ਸੀ ਹੋ ਸਕਦਾ। ਕਥਾ ਦਾ ਭੋਗ ਪੈਂਦਾ ਸੀ, ਫੁੱਲ ਗਏ ਅੰਦਰ ਤੇ ਉਹਨਾਂ ਫੁੱਲਾਂ ਦੇ ਉੱਤੇ ਜਾ ਕੇ ਬਹਿ ਗਿਆ। ਜਦੋਂ 7ਵਾਂ ਦਿਨ ਆਇਆ, ਉਹਨੇ ਸੋਚਿਆ ਵੀ ਚਲੋ ਜਾਨ ਛੁੱਟ ਗਈ ਹੈ, ਪਰ ਕੀ ਪਤਾ ਸੀ ਵੀ ਕਾਲ ਪਹਿਲਾਂ ਹੀ ਪਹੁੰਚਿਆ ਹੋਇਆ। ਉੱਥੇ ਸਮਾਂ ਤੈਅ ਸੀ। ਉਹਨੂੰ ਜਦੋਂ ਫੁੱਲ ਦਾ ਪ੍ਰਸ਼ਾਦ ਮਿਲਿਆ ਤੇ ਲੈ ਕੇ ਜਦੋਂ ਉਹਨੇ ਮੁਖ ਦੇ ਨੇੜੇ ਕੀਤਾ ਤੇ ਤੱਛਕ ਨੇ ਡੰਗ ਲਿਆ ਵਿੱਚੋਂ। ਛੋਟੀ ਜੀ ਮੱਖੀ ਦਾ ਰੂਪ ਧਾਰ ਕੇ ਬਹਿ ਗਿਆ, ਉਹਨੇ ਡੰਗ ਲਿਆ। ਰਾਜੇ ਦੀ ਮੌਤ ਹੋ ਗਈ। ਜਦੋਂ ਰਾਜੇ ਜਨਮੇਜੇ ਨੂੰ ਪਤਾ ਲੱਗਿਆ, ਪੁੱਤਰ ਸੀਗਾ ਰਾਜੇ ਪ੍ਰੀਸ਼ਤ ਦਾ, ਉਹਨੇ ਪ੍ਰਣ ਕਰ ਲਿਆ ਕਿ ਸਾਰੇ ਸੱਪ ਮਾਰ ਦੇਣੇ ਨੇ ਮੈਂ। ਉਹਨੇ ਫਿਰ ਇਹ ਸਰਪ ਮੇਧ ਜੱਗ ਕੀਤਾ। ਜਦੋਂ ਸਰਪ ਮੇਧ ਜੱਗ ਹੋਣ ਲੱਗਾ, ਮੰਤਰ ਪੜਨ ਲੱਗੇ ਤੇ ਮੰਤਰਾਂ ਦੇ ਖਿੱਚੇ ਹੋਏ ਜਿਹੜੇ ਸੱਪ ਨੇ ਨਾ, ਗਰੜ ਮੰਤਰ ਪੜ੍ਹਦੇ ਸੱਪ ਵਾਸਾ ਹੋ ਜਾਂਦਾ, ਉਹ ਹਵਨ ਕੁੰਡ ਦੇ ਵਿੱਚ ਜਾ ਜਾ ਕੇ ਡਿੱਗਣ ਲੱਗ ਪਏ। ਬੜਾ ਕਹਿਰ ਹੋ ਗਿਆ ਜੀ। ਬਾਅਦ ਵਿੱਚ ਫਿਰ ਇੱਕ ਰਿਸ਼ੀ ਆਇਆ, ਉਹਨੇ ਆ ਕੇ ਰਾਜੇ ਜਨਮੇਜੇ ਨੂੰ ਸਮਝਾਇਆ। ਫਿਰ ਰਾਜੇ ਜਨਮੇਜੇ ਨੇ ਇਹ ਜਿਹੜਾ ਯੱਗ ਬੰਦ ਕੀਤਾ। ਅੱਗੇ ਰਾਜੇ ਜਨਮੇਜੇ ਦੀ ਹੋਰ ਵੀ ਕਥਾ ਆਉਂਦੀ ਹੈ। ਰਾਜਾ ਜਨਮੇਜਾ ਖੋਏ ਗਿਆ। ਖੈਰ ਬਹੁਤ ਲੰਮਾ ਪ੍ਰਕਰਨ ਹੈ। ਰਾਜੇ ਜਨਮੇਜੇ ਦੀ ਅਗਾਂਹ ਮੌਤ ਇਸੇ ਤਰ੍ਹਾਂ ਹੀ ਹੋਈ ਸੀਗੀ। ਅੱਗੇ ਜਾ ਕੇ ਕੋੜ ਹੋ ਗਿਆ ਸੀ, ਇਹਨੇ ਬ੍ਰਾਹਮਣ ਜਿਉਂਦੇ ਸਾੜ ਦਿੱਤੇ ਸਨ। ਸਾਧ ਸੰਗਤ ਜੀ, ਬਚਨਨ ਖਾਤਰ ਸਰਪ ਭੀ ਪਰੇ ਕੁੰਡ ਮੈਂ ਆਏ। ਜਦੋਂ ਮੰਤਰ ਪੜ੍ਹੇ ਗਏ, ਉਹਨਾਂ ਮੰਤਰਾਂ ਦੇ ਖਿੱਚੇ ਹੋਏ, ਬਚਨਾਂ ਦੇ ਖਿੱਚੇ ਹੋਏ ਸੱਪ ਕੁੰਡ ਦੇ ਵਿੱਚ ਆ ਕੇ ਪੈ ਗਏ ਹਨ। ਉਹਨਾਂ ਨੇ ਆਪਣਾ ਬਚਨ ਨਹੀਂ ਛੱਡਿਆ, ਮੰਤਰਾਂ ਦੇ ਖਿੱਚੇ ਆ ਗਏ, ਮਰਨਾ ਕਬੂਲ ਲਿਆ, ਪਰ ਪਿੱਛੇ ਨਹੀਂ ਹਟੇ ਹਨ। ਹਮ ਅਬ ਬਚਨ ਸੁਹਾਰ ਕਹਿ ਕੈਸੇ ਪੁਰਸ਼ ਅਖਾਹੇ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ, ਜੇ ਮੈਂ ਆਪਣੇ ਬਚਨਾਂ ਤੋਂ ਹਾਰਾਂ ਤਾਂ ਮੈਂ ਕਿਹੋ ਜਿਹਾ ਪੁਰਸ਼ ਖਾਵਾਂਗਾ ਦੁਨੀਆ ਵਿੱਚ। ਲੋਕ ਮੈਨੂੰ ਸੂਰਮਾ ਥੋੜਾ ਕਹਿਣਗੇ, ਉਹ ਤਾਂ ਕਹਿਣਗੇ ਬਚਨ ਕਰੇ ਸੋ ਖਿਸਕ ਜਾਏ ਸੋਈ ਨਰ ਕੱਚਾ। ਜਿਹੜਾ ਬਚਨ ਕਰਕੇ ਖਿਸਕ ਜਾਂਦਾ ਉਹ ਕੱਚਾ ਮਨੁੱਖ ਕਹਿਲਾਉਂਦਾ ਹੈ। ਬਚਨ ਖਾਤਰ ਬਲ ਦੇਹ ਗਵਾਈ। ਕਹਿੰਦੇ ਹਨ ਕਿ ਬਚਨਾਂ ਦੀ ਖਾਤਰ ਰਾਜੇ ਬਲ ਨੇ ਆਪਣੀ ਦੇਹ ਗਵਾ ਲਈ, ਰਾਜ ਭਾਗ ਗਵਾ ਲਿਆ। ਕੌਣ ਸੀ ਰਾਜਾ ਬਲ? ਕਹਿਤ ਨਾਮ ਦਿਓ।
ਭਗਤ ਨਾਮ ਜੀ ਦੇਵ ਜੀ ਦਾ ਬਚਨ ਆਉਂਦਾ ਹੈ, ਨਾਮਾ ਕਹੈ ਭਗਤ ਬਸ ਕੇਸਵ ਅਜਹੂ ਬਲ ਕੈ ਦਵਾਰ ਖਰੋ। ਅਜੇ ਵੀ ਰਾਜੇ ਬਲ ਦੇ ਦਵਾਰ ਤੇ ਖੜਿਆ ਹੋਇਆ ਭਗਵਾਨ। ਕੀ ਭਾਣਾ ਵਾਪਰਿਆ? ਕੌਣ ਸੀ ਰਾਜਾ ਬਲ? ਰਾਜਾ ਬਲ ਭਗਤ ਪ੍ਰਹਿਲਾਦ ਦਾ ਪੋਤਰਾ ਸੀਗਾ। ਰਾਜਾ ਵਿਰੋਚਨ ਜਿਹੜਾ ਸੀ ਭਗਤ ਪ੍ਰਹਿਲਾਦ ਦਾ ਪੁੱਤਰ ਸੀ, ਤੇ ਭਗਤ ਪ੍ਰਹਿਲਾਦ ਦਾ ਪੋਤਰਾ ਸੀ ਰਾਜਾ ਬਲ, ਵਿਰੋਚਨ ਦਾ ਪੁੱਤਰ ਸੀਗਾ। ਇਹਨੇ ਤਪ ਕਰਕੇ ਯੱਗ ਕਰ ਕਰਕੇ ਇੰਦਰ ਦਾ ਰਾਜ ਖੋਹ ਲਿਆ ਤੇ ਸਾਰੀ ਧਰਤੀ ਤੇ ਰਾਜ ਕਾਇਮ ਕਰ ਲਿਆ ਹਰ ਪਾਸੇ। ਉਹਨਾਂ ਨੇ ਜਾ ਕੇ ਬੇਨਤੀ ਕੀਤੀ ਭਗਵਾਨ ਕੋਲ, ਮਦਦ ਕਰੋ। ਭਗਵਾਨ ਨੇ ਰੂਪ ਧਾਰਿਆ 52 ਅਵਤਾਰ ਦਾ। ਵੈਸੇ 52 ਜਿਹੜਾ ਸੰਸਕ੍ਰਿਤ ਵਿੱਚ 52 ਨੂੰ ਕਹਿੰਦੇ ਨੇ, ਜਿਵੇਂ ਆਪਾਂ ਚੰਦਨ ਦਾ ਦਰਖਤ ਉਹਨੂੰ 52 ਚੰਦਨ ਕਹਿ ਦਿੰਦੇ ਨੇ, ਪਰ ਇਹਦਾ ਅਰਥ ਕੀਤਾ ਜਾਂਦਾ 52 ਅਵਤਾਰ। ਛੋਟਾ ਜਿਹਾ ਕੱਦ ਸੀ, ਬਿਲਕੁਲ ਛੋਟਾ ਜਿਹਾ। ਆ ਗਏ ਬ੍ਰਾਹਮਣ ਦਾ ਰੂਪ ਧਾਰ ਕੇ। ਰਾਜਾ ਬਲ, ਆਓ ਮਹਾਰਾਜ। ਕਹਿੰਦੇ ਬ੍ਰਾਹਮਣ ਕੁਛ ਲੈਣ ਵਾਸਤੇ ਆਇਆ। ਕਹਿੰਦੇ ਕੀ ਚਾਹੀਦਾ? ਕਹਿੰਦੇ ਜੀ ਕਿਰਪਾ ਕਰੋ ਜੀ, 2.5 ਕੁ ਗੱਜ ਜਿਹੜੀ ਜਗ੍ਹਾ ਹੈ ਨਾ, 2.5 ਕੁ ਕਰਮ ਜਗ੍ਹਾ ਮੈਨੂੰ ਦੇ ਦਿਓ ਆਪਣੇ ਦਰਵਾਜ਼ੇ ਤੇ। ਕਹਿੰਦੇ ਕੀ ਕਰੋਗੇ ਇੰਨੀ ਕੁ ਜਗ੍ਹਾ ਨੂੰ? ਕਹਿੰਦੇ ਮੈਂ ਛੋਟਾ ਜਿਹਾ ਆਇਆ, ਮੈਨੂੰ ਬਹੁਤ ਹੈ ਇੰਨੀ ਕੁ ਬਹੁਤ ਹੈ, ਮੈਂ ਛੋਟਾ ਜਿਹਾ ਆਇਆ, ਮੈਂ ਤੇਰੇ ਦਰ ਤੇ ਖਲੋ ਕੇ ਪਹਿਰੇਦਾਰ ਹੋ ਕੇ ਸਾਰੀ ਉਮਰ ਪਹਿਰੇਦਾਰੀ ਕਰਾਂਗਾ। ਜਿਹੜਾ ਰਾਜੇ ਬਲ ਦਾ ਗੁਰੂ ਸੀ ਨਾ ਸ਼ੁਕਰ, ਉਹ ਕਹਿਣ ਲੱਗਾ ਰਾਜਨ ਇਹਦੀਆਂ ਗੱਲਾਂ ਚ ਨਾ ਹੀ ਇਹ ਵੇਖਣ ਨੂੰ ਪਾਉਣਾ, ਪਰ ਇਹਦਾ ਕੰਮ ਪਾਉਣਾ ਨਹੀਂ। ਪਰ ਰਾਜਾ ਬਲ ਉਹਨੇ ਸੰਕਲਪ ਕਰ ਲਿਆ, ਠੀਕ ਹੈ ਵੀ ਮੈਂ ਤੈਨੂੰ ਦਾਨ ਦਿਆਂਗਾ, ਤੂੰ ਬ੍ਰਾਹਮਣ ਹੈ, ਤੂੰ ਮੇਰੇ ਕੋਲੋਂ ਦਾਨ ਮੰਗਿਆ। ਕਹਿੰਦਾ ਠੀਕ ਹੈ ਜੀ। ਕਹਿੰਦੇ ਧਰਤੀ ਨਾਪੋ। 2.5 ਕਰਮ ਮੰਗੀ ਸੀ ਜੀ ਉਹਨਾਂ ਨੇ। 2.5 ਕਰਮਾਂ ਦੇ ਵਿੱਚ ਧਰਤੀ ਕੀ ਨਾਪਣੀ ਸੀ? 2 ਕਰਮਾਂ ਵਿੱਚ ਧਰਤੀ ਤੇ ਆਕਾਸ਼ ਕਹਿੰਦੇ ਨਾਪ ਲਿਆ 2 ਕਰਮਾਂ 'ਚ। ਰਾਜਾ ਬਲ ਵੇਖ ਕੇ ਹੈਰਾਨ ਹੋ ਗਿਆ, ਮੈਂ ਤੈਨੂੰ ਬਾਉਣਾ ਸਮਝਿਆ ਸੀ, ਕੁਝ ਹੋਰ ਨਿਕਲਿਆ। ਮਹਾਰਾਜ ਨੇ ਸਰਬਲੋਹ ਵਿੱਚ ਵੀ ਕਥਾ ਲਿਖੀ 10ਵੇਂ ਪਾਤਸ਼ਾਹ ਨੇ। ਤੇ ਸਾਧ ਸੰਗਤ ਜੀ ਉਹ ਕਹਿਣ ਲੱਗੇ ਵੀ ਹਲੇ ਅੱਧਾ ਕਰਮ ਹੋਰ ਰਹਿੰਦੀ ਆ। ਕਹਿੰਦਾ ਹੁਣ ਤਾਂ ਮੇਰਾ ਸਰੀਰ ਹੀ ਹੈ ਜੀ, ਫਿਰ ਨਾਪ ਲਓ। ਕਹਿੰਦੇ ਉਹਦੇ ਸਰੀਰ ਦੇ ਉੱਤੇ ਰੱਖਿਆ, ਸਿਰ ਤੇ ਰੱਖਿਆ, ਪੈਰ ਤੇ ਪਤਾਲ 'ਚ ਲੰਘਾ ਦਿੱਤਾ। ਵਰ ਦਿੱਤਾ, ਜਾ ਤੈਨੂੰ ਪਤਾਲ ਦਾ ਰਾਜ ਦਿੱਤਾ। ਹੁਣ 2.5 ਕਰਮ ਧਰਤੀ ਤਾਂ ਲਈ ਮਾਪ। ਤੇ ਜਦੋਂ 52 ਅਵਤਾਰ ਜਾਣ ਲੱਗੇ ਨਾ, ਕਹਿੰਦੇ ਮਹਾਰਾਜ ਕਿੱਥੇ ਚੱਲੇ ਹੋ? ਮੈਂ ਤਾਂ ਬਚਨ ਪੁਗਾ ਦਿੱਤਾ ਵੀ ਸਾਰਾ ਕੁਝ ਤੁਹਾਨੂੰ ਦੇ ਦਿੱਤਾ, ਆਪਣਾ ਬਚਨ ਪੁਗਾਓ। ਕਿਹਾ ਸੀ ਨਾ ਵੀ ਤੁਹਾਡੇ ਘਰ ਦੇ ਦਰਵਾਜ਼ੇ ਦੇ ਮੂਹਰੇ ਪਹਿਰੇਦਾਰ ਬਣ ਕੇ ਪਹਿਰੇਦਾਰੀ ਕਰਾਂਗਾ, ਤੇ ਹੁਣ ਪਹਿਰੇਦਾਰੀ ਵੀ ਮਹਾਰਾਜ ਕਰੋ ਇੱਥੇ। ਫਿਰ ਉਹਨਾਂ ਨੂੰ ਕਹਿਣਾ ਪਿਆ ਅਜਹੂ ਬਲ ਕੈ ਦਵਾਰ ਖਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਅੱਜ ਵੀ ਰਾਜੇ ਬਲ ਦੇ ਦਰਵਾਜ਼ੇ ਤੇ ਖਲੋਤਾ ਭਗਵਾਨ ਉੱਥੇ ਪਹਿਰੇਦਾਰੀ ਕਰਦਾ। ਉਹਨੇ ਰਾਜੇ ਬਲ ਨੇ ਆਪਣਾ ਬਚਨ ਪੁਗਾਇਆ ਜੀ, ਆਪਣੇ ਬਚਨਾਂ ਦੀ ਖਾਤਰ ਉਹਨੇ ਸਾਰਾ ਕੁਝ ਆਪਣਾ ਜਿਹੜਾ ਉਹ ਭੇਟ ਕਰ ਦਿੱਤਾ। ਅਸੀਂ ਤਾਂ ਗੱਲ ਤੇ ਮੁੱਕਰ ਪੈ ਜਾਂਦੇ ਹਾਂ, ਤੇ ਉਹ ਵੇਖੋ ਇਹੋ ਜਿਹੇ ਬਲੀ ਮਹਾਂਬਲੀ ਹੋਏ, ਉਹਨਾਂ ਨੇ ਰਾਜ ਭਾਗ ਵੀ ਆਪਣਾ ਜਿਹੜਾ ਦੇ ਦਿੱਤਾ। ਬਚਨ ਖਾਤਰ ਬਲ ਦੇਹ ਗਵਾਈ। ਰਾਜੇ ਬਲ ਨੇ ਬਚਨਾਂ ਦੀ ਖਾਤਰ ਆਪਣੀ ਦੇਹ ਤੱਕ ਗਵਾ ਲਈ ਹੈ। ਕਹਿੰਦੇ ਫਿਰ ਅਖੀਰ ਕੀ ਮਿਲਿਆ ਜੀ? ਬਚਨਾਂ ਕਰਕੇ ਕੀ ਮਿਲਿਆ? ਉਹ ਜਗਤ ਦਾ ਸਾਈਂ ਜਿਹੜਾ 52 ਅਵਤਾਰ ਸੀ ਨਾ, ਦਰਬਾਨ ਬਣ ਗਿਆ ਉਹਦੇ ਘਰ ਦੇ ਵਿੱਚ ਆ ਕੇ। ਰਾਜਾ ਹਰੀ ਚੰਦ ਉਹਨੇ ਵੀ ਬਚਨ ਕੀਤਾ ਹੈ। ਚੰਡਾਲ ਦੇ ਘਰ ਵਿੱਚ ਜਾ ਕੇ ਵਿਕ ਗਿਆ ਜੀ ਰਾਜਾ ਹਰੀ ਚੰਦ। ਨਾਮ ਹਰੀਸ਼ ਚੰਦਰ ਲੈਂਦੇ ਆ ਨਾ, ਸੱਚ ਪੁੱਤਰ ਦਾਨੀ ਸੀਗਾ ਰਾਜਾ ਹਰੀਸ਼ ਚੰਦਰ। ਰਾਜਾ ਹਰੀਸ਼ ਚੰਦਰ ਉਹਦੇ ਨਾਲ ਖੇਡ ਵਾਪਰੀ ਕਿ ਇੱਕ ਦਿਨ ਸ਼ਿਕਾਰ ਖੇਡਣ ਗਿਆ ਰਾਜਾ। ਦੁੱਖ ਨਹੀਂ ਸੀ ਕਿਸੇ ਦਾ ਵੇਖ ਸਕਦਾ। ਉਹਦੇ ਕੰਨਾਂ 'ਚ ਇਸਤਰੀਆਂ ਦੀ ਰੋਣ ਦੀ ਆਵਾਜ਼ ਪਈ। ਮਨ ਕੀਤਾ ਵੀ ਜਾ ਕੇ ਵੇਖਾਂ ਵੀ ਬੀਬੀਆਂ ਰੋਂਦੀਆਂ, ਵੀ ਕੋਈ ਦੁਖੀ ਲੱਗਦਾ ਹੈ। ਇਸਤਰੀਆਂ ਰੋ ਰਹੀਆਂ ਸਨ। ਉਧਰ ਜਿਹੜੇ ਵਿਸ਼ਵਾਮਿੱਤਰ ਸਨ ਗੁੱਸੇ ਹੋ ਗਏ ਇਸ ਗੱਲ ਪਿੱਛੇ, ਰੌਲਾ ਪੈਂਦਾ ਸੀ। ਪਰ ਹੈਰਾਨਗੀ ਦੀ ਗੱਲ ਇਹ ਹੋਈ ਕਿ ਜਦੋਂ ਉੱਥੇ ਰਾਜਾ ਹਰੀ ਚੰਦ ਪਹੁੰਚਿਆ, ਹਰੀ ਚੰਦ ਦਾਨ ਕਰੈ ਜਸ ਲੇਵੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ। ਬਾਣੀ ਦੇ ਵਿੱਚ ਵੀ ਬਚਨ ਆਉਂਦੀ, ਐਗਜ਼ਾਮਪਲ ਵੀ ਦਿੱਤੀ ਮਹਾਰਾਜ ਨੇ। ਰਾਜਾ ਹਰੀ ਚੰਦ ਉੱਥੇ ਗਿਆ ਜੀ। ਹੁਣ ਇਸਤਰੀਆਂ ਅਲੋਪ ਹੋ ਗਈਆਂ, ਇਸਤਰੀ ਕੋਈ ਨਜ਼ਰ ਨਹੀਂ ਆਈ। ਹੁਣ ਸ਼ਾਇਦ ਵਿਸ਼ਵਾਮਿੱਤਰ ਨੇ ਖੇਡ ਵਰਤਾਈ ਸੀ। ਵਿਸ਼ਵਾਮਿੱਤਰ ਉੱਥੇ ਆ ਗਿਆ, ਬ੍ਰਾਹਮਣ ਸੀ।
ਲਿਆਓ ਮਹਾਰਾਜ ਦਾਨ। ਰਾਜਾ ਕਹਿੰਦਾ ਜੀ ਮੰਗੋ, ਕੀ ਮੰਗਦੇ ਹੋ? ਕਹਿੰਦਾ ਤੇਰਾ ਰਾਜ ਭਾਗ ਧਨ ਦੌਲਤ ਸਭ ਕੁਝ ਚਾਹੀਦਾ ਮੈਨੂੰ। ਰਾਜ ਲੈ ਲਿਆ, ਸਾਰੇ ਪਦਾਰਥ ਲੈ ਲਏ, ਕੀ ਰਹਿਣ ਦਿੱਤਾ ਜੀ? ਰਾਜੇ ਹਰੀ ਚੰਦ ਦੇ ਤਨ ਦੀ ਪੁਸ਼ਾਕ, ਇੱਕ ਇਸਤਰੀ ਤੇ ਇੱਕ ਪੁੱਤਰ, ਆਹੀ ਰਹਿਣ ਦਿੱਤੇ। ਬਾਕੀ ਸਾਰਾ ਕੁਝ ਵਿਸ਼ਵਾਮਿੱਤਰ ਨੇ ਲੈ ਲਿਆ। ਕੰਗਾਲ ਹੋ ਗਿਆ ਰਾਜਾ ਜੀ, ਜਿਹੜਾ ਲੋਕਾਂ ਨੂੰ ਦਾਨ ਕਰਦਾ ਸੀ। ਰਾਜਾ ਇੱਧਰ ਨੂੰ ਨਿਕਲਿਆ ਵੀ ਚਲੋ ਹੁਣ ਬਨਾਰਸ ਨੂੰ ਚੱਲਦੇ ਆ। ਵਿਸ਼ਵਾਮਿੱਤਰ ਜਿਹੜਾ ਉਹਨੇ ਹੋਰ ਕਠਿਨ ਪ੍ਰੀਖਿਆ ਹਲੇ ਲੈਣੀ ਸੀ, ਉਹ ਚਾਹੁੰਦਾ ਸੀ ਵੀ ਮੈਂ ਹੋਰ ਇਹਨੂੰ ਰਗੜਾ ਲਾਵਾਂ। ਮੈਂ ਜਦੋਂ ਉੱਥੇ ਪਹੁੰਚਿਆ, ਉੱਥੇ ਕਹਿਣ ਲੱਗਾ ਵੀ ਦਾਨ ਦੀ ਦਛਣਾ ਵੀ ਚਾਹੀਦੀ ਹੈ, ਮੈਨੂੰ ਦਛਣਾ ਦੇ ਮੇਰੀ। ਦਾਨ ਤਾਂ ਦੇ ਦਿੱਤਾ ਪਰ ਮੈਨੂੰ ਦਛਣਾ ਵੀ ਚਾਹੀਦੀ ਹੈ, ਤੂੰ ਦਾਨੀ ਹੈ। ਉਹਨੇ ਕੀ ਕੀਤਾ? ਉਹਨੇ ਆਪਣਾ ਪੁੱਤਰ ਵੇਚਿਆ, ਆਪਣੀ ਇਸਤਰੀ ਵੇਚੀ, ਆਪਣੇ ਆਪ ਨੂੰ ਚੰਡਾਲ ਕੋ ਵੇਚਿਆ। ਕਿਹਦੇ ਕੋਲ? ਜਿਹੜਾ ਮੁਰਦੇ ਸਾੜਦਾ ਸੀਗਾ, ਆਪਣੇ ਆਪ ਨੂੰ ਉੱਥੇ ਵੇਚ ਦਿੱਤਾ, ਦਛਣਾ ਦੇ ਦਿੱਤੀ। 12 ਮਹੀਨੇ ਜੀ ਉਹ ਮੁਰਦੇ ਸਾੜਦਾ ਰਿਹਾ ਰਾਜਾ ਹਰੀ ਚੰਦ। ਇੱਕ ਖੇਡ ਵਾਪਰੀ, 12 ਮਹੀਨਿਆਂ ਬਾਅਦ ਇੱਕ ਔਰਤ ਆਈ ਇੱਕ ਪੁੱਤਰ ਨੂੰ ਲੈ ਕੇ। ਜਦੋਂ ਰਾਜੇ ਹਰੀ ਚੰਦ ਨੇ ਵੇਖਿਆ, ਉਹਦੀ ਆਪਣੀ ਇਸਤਰੀ ਸੀ, ਉਹਦਾ ਪੁੱਤਰ ਮਰ ਗਿਆ ਸੀ ਸੱਪ ਲੜ ਕੇ। ਉਸੇ ਸ਼ਮਸ਼ਾਨ ਭੂਮੀ ਵਿੱਚ ਜਦੋਂ ਸੰਸਕਾਰ ਕਰਨ ਵਾਸਤੇ ਆਈ ਤੇ ਰਾਜੇ ਹਰੀ ਚੰਦ ਨੂੰ ਪਛਾਣ ਲਿਆ। ਰਾਣੀ ਕਹਿਣ ਲੱਗੀ, ਰਾਜਨ ਆਪਾਂ ਦੋਨੇ ਜਾਣੇ ਨਾ ਪੁੱਤਰ ਦੇ ਨਾਲ ਸੜ ਕੇ ਮਰ ਜਾਂਦੇ ਆ, ਇਸ ਤੋਂ ਹੋਰ ਕਠਿਨ ਸਮਾਂ ਹੋਰ ਕਿਹੜਾ ਵੇਖਾਂਗੇ। ਪਤਾ ਰਾਜੇ ਨੇ ਕੀ ਕਿਹਾ? ਮੇਰਾ ਮਾਲਕ ਚੰਡਾਲ ਹੈ, ਮੈਂ ਉਹਦੇ ਕੋਲ ਆਪਣੇ ਆਪ ਨੂੰ ਵੇਚਿਆ, ਮੈਂ ਉਹਦੀ ਆਗਿਆ ਤੋਂ ਬਿਨਾਂ ਆ ਵੀ ਕੰਮ ਨਹੀਂ ਕਰ ਸਕਦਾ, ਹੋ ਨਹੀਂ ਸਕਦਾ। ਕਹਿੰਦੇ ਜੀ ਉੱਥੇ ਦੇਵਤੇ ਪ੍ਰਗਟ ਹੋਏ। ਉਹ ਚੰਡਾਲ ਕੌਣ ਸੀ? ਭਾਈ ਕਾਨ ਸਿੰਘ ਨਾਭਾ ਲਿਖਦੇ ਜੀ, ਉਹ ਚੰਡਾਲ ਸੀ ਧਰਮਰਾਜ ਆਪ, ਜਿਹਦੇ ਕੋਲ ਉਹ ਵੇਚਿਆ ਸੀ ਉਹਨਾਂ ਨੇ ਆਪਣੇ ਆਪ ਨੂੰ। ਦੇਵਤੇ ਪ੍ਰਗਟ ਹੋ ਗਏ, ਆਖਣ ਲੱਗੇ, ਰਾਜਨ ਤੇਰੀ ਬੜੀ ਵੱਡੀ ਕਮਾਈ ਬਚਨਾਂ ਦੀ ਖਾਤਰ, ਤੂੰ ਬਹੁਤ ਕੁਝ ਕੀਤਾ, ਚੱਲ ਤੈਨੂੰ ਸਵਰਗ ਦਾ ਰਾਜ ਦਈਏ, ਤੈਨੂੰ ਸਵਰਗ 'ਚ ਲੈ ਕੇ ਚੱਲੀਏ। ਕਹਿੰਦਾ ਨਾ ਜੀ, ਆਪਣੇ ਮਾਲਕ ਦੇ ਹੁਕਮ ਤੋਂ ਬਿਨਾਂ ਨਹੀਂ ਕਿਤੇ ਜਾ ਸਕਦਾ, ਉਹਨੇ ਮੇਰੀ ਡਿਊਟੀ ਲਾਈ, ਮੈਂ ਇਹੀ ਕੁਝ ਹੀ ਕਰਨਾ ਹੈ, ਜੋ ਕਹੇਗਾ ਨਾ ਉਹੀ ਹੋਣਾ ਹੈ। ਫਿਰ ਮਾਲਕ ਸੱਦਣਾ ਪਿਆ, ਧਰਮਰਾਜ ਕਹਿੰਦੇ ਆਪ ਆਇਆ ਜੀ। ਕਹਿੰਦੇ ਚਲੋ ਨਾਲ ਲੈ ਕੇ ਚੱਲੀਏ। ਇਸਤਰੀ ਪੁੱਤਰ ਤੇ ਰਾਜੇ ਹਰੀ ਚੰਦ ਨੂੰ ਜਦੋਂ ਨਾਲ ਲੈ ਕੇ ਜਾਣ ਲੱਗੇ, ਕਹਿੰਦਾ ਨਾ ਜੀ ਇੱਦਾਂ ਨਹੀਂ ਜਾਣਾ, ਇੱਦਾਂ ਨਹੀਂ ਜਾਣਾ ਮੈਂ। ਕਹਿੰਦੇ ਕਿਵੇਂ ਜਾਏਗਾ? ਕਹਿੰਦੇ ਜੀ ਮੇਰੀ ਸਾਰੀ ਨਗਰੀ ਨਾਲ ਲੈ ਕੇ ਚੱਲੋ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਵੀ ਜ਼ਿਕਰ ਕੀਤਾ ਆਪਣੀਆਂ ਵਾਰਾਂ 'ਚ। ਅਖੀਰ ਰਾਜੇ ਹਰੀ ਚੰਦ ਦੀ ਨਗਰੀ ਜਿਹੜੀ ਸੀ ਉਹ ਨਾਲ ਸਵਰਗਾਂ 'ਚ ਲੈ ਕੇ ਜਾਣੀ ਪਈ ਦੇਵਤਿਆਂ ਨੂੰ। ਇਹ ਹੁੰਦੀ ਹੈ ਸੂਰਬੀਰ ਬਚਨ ਕੇ ਬਲੀ। ਇਹ ਬਚਨਾਂ ਦੇ ਬਲੀ ਨੇ, ਆਪਣੇ ਬਚਨਾਂ ਪਿੱਛੇ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ, ਆਪਣਾ ਆਪ ਨਹੀਂ ਛੱਡਦੇ। ਇਸ ਕਰਕੇ ਸਾਧ ਸੰਗਤ ਜੀ, ਜਿਹੜੇ ਇਹੋ ਜਿਹੇ ਸੂਰਬੀਰ ਹੁੰਦੇ ਨੇ, ਬਚਨ ਕਮਾਉਣ ਵਾਲੇ ਹੁੰਦੇ ਨੇ, ਉਹ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੰਦੇ ਨੇ, ਸਭ ਕੁਝ ਵਾਰ ਦਿੰਦੇ ਨੇ। ਮੈਂ ਤੁਹਾਨੂੰ ਜਨਰਲ ਬਰਾੜ ਦੀ ਇੱਕ ਗੱਲ ਸੁਣਾਉਣਾ, ਜਿਹਨੇ ਹਮਲਾ ਕੀਤਾ ਸੀਗਾ। ਉਹ ਕਹਿੰਦਾ ਵੀ ਸੰਤ ਭਿੰਡਰਾਂ ਵਾਲੇ ਜਿਹੜੇ ਸਨ, ਉਹਦੇ ਵਿੱਚ ਨਾ ਇੱਕ ਕਮੀ ਸੀ। ਕੀ ਕਮੀ ਸੀ? ਉਹ ਲਾਲਚੀ ਨਹੀਂ ਸੀ। ਵੇਖੋ ਕਮੀ ਕੀ ਦੱਸ ਰਿਹਾ ਹੈ, ਵੀ ਉਹ ਲਾਲਚੀ ਨਹੀਂ ਸੀ। ਤੇ ਵੇਖੋ ਮਹਾਂਪੁਰਸ਼ ਕਮਾਈ ਵਾਲੇ ਕਿੱਡੀ ਵੱਡੀ ਕੁਰਬਾਨੀ ਕੀਤੀ ਉਹਨਾਂ ਨੇ। ਸਮੇਂ ਦੀ ਸਰਕਾਰ ਨਾਲ ਮੱਥਾ ਲਾਣਾ ਤੇ ਗੋਡਣੀਆਂ ਲਵਾ ਦੇਣੀਆਂ ਸਮੇਂ ਦੀਆਂ ਸਰਕਾਰ ਦੀਆਂ। ਇਹ ਕਿਸੇ ਆਮ ਪੁਰਸ਼ ਦੇ ਵੱਸ ਦੀ ਗੱਲ ਨਹੀਂ ਹੁੰਦੀ। ਬੜੀ ਬੰਦਗੀ ਸੀ। ਲੋਕਾਂ ਨੇ ਮਹਾਂਪੁਰਸ਼ਾਂ ਦਾ ਸਰੂਪ ਵੇਖਿਆ ਵੀ ਹੱਥ ਵਿੱਚ ਤੀਰ ਪਕੜਿਆ, ਸ਼ਸਤਰ ਪਕੜੇ ਨੇ, ਪਰ ਲੋਕਾਂ ਨੇ ਕਦੀ ਉਹਨਾਂ ਦਾ ਰੂਹਾਨੀਅਤ ਵਾਲਾ ਜੀਵਨ ਨਹੀਂ ਵੇਖਿਆ ਵੀ ਉਹਨਾਂ ਦਾ ਰੂਹਾਨੀਅਤ ਵਾਲਾ ਜੀਵਨ ਕਿਹੜਾ ਸੀ। ਸ਼ਸਤਰ ਜਿਹੜੇ ਨੇ, ਸ਼ਸਤਰ ਉਦੋਂ ਹੀ ਪਕੜੇ ਹੋਏ ਸਫਲ ਹੁੰਦੇ ਨੇ ਜਦੋਂ ਰੂਹਾਨੀਅਤ ਹੋਵੇ ਜੀਵਨ ਦੇ ਵਿੱਚ। ਮੈਂ ਇੱਕ ਬਚਨ ਪੜ੍ਹਿਆ, ਸਰਦਾਰ ਅਜਮੇਰ ਸਿੰਘ ਜੀ ਕਹਿੰਦੇ ਨੇ ਵੀ ਸਿੱਖਾਂ ਲਈ ਅਹਿੰਸਾ ਤੇ ਹਿੰਸਾ ਦੋਨੇ ਰਾਹ ਮੁਬਾਰਕ ਨੇ, ਹਿੰਸਾ ਦਾ ਵੀ ਅਹਿੰਸਾ ਦਾ ਵੀ। ਪਰ ਜੇ ਤੁਹਾਡੇ ਜੀਵਨ ਵਿੱਚ ਰੂਹਾਨੀਅਤ ਨਹੀਂ ਨਾ, ਬੰਦਗੀ ਨਹੀਂ, ਬਾਣੀ ਨਹੀਂ, ਤੇ ਤੁਹਾਡੇ ਵਾਸਤੇ ਅਹਿੰਸਾ ਦਾ ਰਾਹ ਵੀ ਕਿਸੇ ਕੰਮ ਦਾ ਨਹੀਂ, ਤੇ ਹਿੰਸਾ ਕਰਨੀ ਬੁਰਸ਼ਾਗਰਦੀ ਤੁਹਾਡੇ ਵਾਸਤੇ। ਜੇ ਤੁਹਾਡੇ ਕੋਲ ਰੂਹਾਨੀਅਤ ਹੈ ਤੇ ਅਹਿੰਸਾ ਵੀ ਠੀਕ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਜੰਗ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ। ਫਿਰ ਜਦੋਂ ਹਿੰਸਾ ਕਰਨੀ ਪਈ
ਤੇ ਫਿਰ ਬੰਦਗੀ ਵੀ ਪਹਿਲਾਂ ਸੀ। ਆਪਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜੀਵਨ ਸੁਣਿਆ, ਉੱਥੇ ਮੈਦਾਨੇ ਜੰਗ ਵਿੱਚ ਵੀ ਭਾਵਨਾ ਸੀ, ਪਿਆਰ ਸੀ ਦੂਜਿਆਂ ਦੇ ਪ੍ਰਤੀ, ਸਮਾਜ ਦੇ ਪ੍ਰਤੀ ਭਲਾ ਕਰਨਾ ਚਾਹੁੰਦੇ ਸਨ ਵੀ ਲੋਕਾਂ ਦਾ ਭਲਾ ਹੋ ਜਾਏ ਤੇ ਦੁਸ਼ਟਾਂ ਦਾ ਖਾਤਮਾ ਹੋ ਜਾਏ। ਮਹਾਂਪੁਰਸ਼ ਬਚਨਾਂ ਦੇ ਬਲੀ ਨੇ, ਆਪਣੇ ਬਚਨਾਂ ਪਿੱਛੇ ਉਹ ਆਪਣਾ ਆਪ ਵਾਰ ਦਿੰਦੇ ਨੇ, ਬਚਨਾਂ ਤੋਂ ਪਿੱਛੇ ਨਹੀਂ ਹਟਦੇ। ਬਾਬਾ ਦੀਪ ਸਿੰਘ ਜੀ ਹਰਿਮੰਦਰ ਸਾਹਿਬ ਜਦੋਂ ਗਏ, ਲਕੀਰ ਖਿੱਚ ਦਿੱਤੀ, ਸਿੰਘੋ ਉਹੀ ਪਾਰ ਜਾਇਓ ਜਿਨ੍ਹਾਂ ਨੇ ਜੂਝਣਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਖਾਤਰ, ਬਾਕੀ ਪਿਛਾਂ ਮੁੜ ਜਾਇਓ। ਲਕੀਰ ਖਿੱਚੀ ਤੇ ਜਿਹੜੇ ਲਕੀਰ ਪਾਰ ਕਰ ਗਏ, ਕਰੀਬਨ ਉਹਨਾਂ ਦੇ ਨਾਲ ਜਿੰਨੇ ਵੀ ਸਿੰਘ ਸਨ, ਕੋਈ ਪਿਛਾਂ ਨਹੀਂ ਮੁੜਿਆ ਤੇ ਸਭ ਨੇ ਆਪਣੇ ਸੀਸ ਹਰਿਮੰਦਰ ਸਾਹਿਬ ਦਿੱਤੇ। ਤੇ ਯਾਦ ਰੱਖੋ, ਜਦੋਂ ਹਰਿਮੰਦਰ ਸਾਹਿਬ ਜਾਂਦੇ ਹੋ, ਉੱਥੇ ਪ੍ਰਕਰਮਾਂ ਦੇ ਵਿੱਚ ਇੱਕ ਇੱਕ ਇੱਟ ਦੇ ਹੇਠਾਂ ਸ਼ਹੀਦਾਂ ਦੇ ਸੀਸ ਲੱਗੇ ਨੇ। ਸੋਚ ਕੇ ਕਦਮ ਰੱਖਣਾ ਚਾਹੀਦਾ ਹੈ। ਇਹ ਤੁਹਾਡੀ ਭਾਵਨਾ ਅੰਦਰ ਇਹੋ ਜਿਹੀ ਬਣੀ ਹੋਣੀ ਚਾਹੀਦੀ ਹੈ ਕਿ ਇਸ ਦਰ ਵਾਸਤੇ ਕਿੰਨੀਆਂ ਕੁਰਬਾਨੀਆਂ ਹੋਈਆਂ, ਕਿਹਨਾਂ ਨੇ ਦਿੱਤੀਆਂ। ਸੂਰਬੀਰ ਬਚਨ ਕੇ ਬਲੀ, ਇਹ ਉਹਨਾਂ ਕੁਰਬਾਨੀਆਂ ਦਿੱਤੀਆਂ ਜਿਹੜੇ ਸੂਰਬੀਰ ਬਚਨਾਂ ਦੇ ਬਲੀ ਸਨ। ਬਾਬਾ ਬੰਦਾ ਸਿੰਘ ਬਹਾਦਰ ਨੇ ਕੁਰਬਾਨੀ ਦਿੱਤੀ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਕੋਟਾਨ ਕੋਟਵਾਰ ਪ੍ਰਣਾਮ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦਾ 4 ਸਾਲ ਦਾ ਪੁੱਤਰ ਬਾਬਾ ਅਜੈ ਸਿੰਘ, ਜਿਹਦਾ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ ਗਿਆ। ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਰੀਰ ਕਈ ਹਿੱਸਿਆਂ ਦੇ ਵਿੱਚ ਉਹਨਾਂ ਨੇ ਅਲੱਗ ਕੀਤਾ, ਜਮੂਰਾਂ ਨਾਲ ਮਾਸ ਨੋਚਿਆ ਤੇ ਇੱਕ ਬਚਨ ਆਖਿਆ। ਫਰਕਸ਼ੀਅਰ ਨੇ, ਬੰਦਾ ਸਿੰਘ ਕਿਹੋ ਜੀ ਮੌਤ ਮਰਨਾ ਚਾਹੇਗਾ? ਕਹਿੰਦੇ ਜੀ ਬਾਦਸ਼ਾਹ ਵਰਗੀ ਮੌਤ, ਬਾਦਸ਼ਾਹ ਵਰਗੀ ਮੌਤ ਹੈ, ਉਹੋ ਜੀ ਮੌਤ ਜਿਹੋ ਜੀ ਤੂੰ ਮਰਨਾ ਚਾਹੁੰਦਾ। ਤੇ ਜਿਹੜਾ ਫਰਕਸ਼ੀਅਰ ਸੀ ਇਹੀ ਮੌਤ ਮਰਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨੇਤਰ ਕੱਢੇ, ਜਮੂਰਾਂ ਨਾਲ ਮਾਸ ਨੋਚਿਆ, ਸਰੀਰ ਟੁਕੜੇ ਟੁਕੜੇ ਕਰ ਦਿੱਤਾ। ਫਰਕਸ਼ੀਅਰ ਬਾਦਸ਼ਾਹ ਨਾਲ ਵੀ ਇਹ ਕੁਝ ਹੋਇਆ। 1 ਸਾਲ ਬਾਅਦ ਉਹਦੀਆਂ ਅੱਖਾਂ ਅੰਨੀਆਂ ਕੀਤੀਆਂ ਗਈਆਂ, ਟੋਟੇ ਟੋਟੇ ਕਰਕੇ ਸੈਦ ਭਰਾਵਾਂ ਨੇ ਨਹਿਰ 'ਚ ਰੋੜ ਦਿੱਤਾ ਸੀ ਫਰਕਸ਼ੀਅਰ ਬਾਦਸ਼ਾਹ। ਬਾਬਾ ਬੰਦਾ ਸਿੰਘ ਬਹਾਦਰ ਦਾ ਬਚਨ ਸਫਲਾ ਹੋਇਆ। ਬਾਬਾ ਅਜੈ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦੇ ਨਾਲ 780 ਸਿੰਘ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਸੀ। ਸੋ ਇੱਥੇ ਹੀ ਸਮੇਂ ਦੀ ਸਮਾਪਤੀ ਵੀ ਹੈ। ਭਾਈ ਰਤਨ ਸਿੰਘ ਜੀ ਅੱਗੇ ਸਾਰਾ ਪ੍ਰਕਰਨ ਦੱਸਣਗੇ ਕਿ ਕਿਸ ਤਰ੍ਹਾਂ ਉੱਥੇ ਗੜੀ ਦੇ ਵਿੱਚ ਸਿੰਘਾਂ ਨੇ ਆਪਣਾ ਔਖਾ ਸਮਾਂ ਕੱਢਿਆ। ਕਹਿੰਦੇ ਆਕਾਸ਼ ਵਿੱਚ ਜਿਹੜਾ ਚੰਦਰਮਾ ਚਮਕਦਾ ਸੀ ਨਾ, ਸਿੰਘਾਂ ਨੂੰ ਇਉਂ ਲੱਗਦਾ ਸੀ ਵੀ ਜਿਵੇਂ ਰੋਟੀ ਹੈ। ਇੰਨੇ ਭੁੱਖੇ ਹੋ ਗਏ ਸਨ ਸਿੰਘ ਵੀ ਉਧਰ ਵੀ ਹੱਥ ਕਰਦੇ ਸਨ ਵੀ ਫੜ ਕੇ ਮੂੰਹ 'ਚ ਪਾ ਲਈਏ। ਇਸ ਤੋਂ ਔਖਾ ਸਮਾਂ ਹੋਰ ਕੀ ਹੋ ਸਕਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।